काफ़ी देर तो ये भी एक विचार चर्चा हो रही है कि अकाल तख्त जथेदार की नियुक्ति का की सिस्टम होना चाहिए। हुण उनकी नियुक्ति जी श्रोमणी कमेटी करती है, पर आम जी गल आ वो ये वा कि अकाली दल का प्रधान जोड़ा वा वो इस नियुक्ति के पिछे होंगे ने और जिन्हों वो चाहते हैं वो अकाल तख्त जथेदार लगता वा, जिन्हों नहीं चाहते उन्होंने बदल दिता जाता वा। अकाल तख्त जथेदार की बेसिक भूमिका है कि सुंदर चाल करे ने 100 हथ रस्सा सिरे ते गंढ गल यही है जिहड़ी सारे सियापियां दी जड़ है। ਜਿਹੜਾ ਜਥੇਦਾਰ ਲਾਉਣਾ ਉਹ ਵੀ ਤਾਂ ਜਿਹੜਾ ਪੂਰੀ ਮਰਜ਼ਾਦਾ ਰੱਖਦਾ ਹੋਵੇ ਅਕਾਲ ਤਖ਼ਤ ਦੀ ਜਾਂ ਆਪਣੇ ਸਿੱਖ ਧਰਮ ਦੇ ਮੁਤਾਬਕ ਜਿਹੜੀਆਂ ਗਾਈਡਲਾਈਨਸ ਹੈਗੀਆਂ ਨੇ ਜਾਂ ਮਰਜ਼ਾਦਾ ਉਹਨਾਂ ਦੇ ਮੁਤਾਬਕ ਰਹਿ ਕੇ ਹੀ ਘੇਰੇ 'ਚ ਰਹਿ ਕੇ ਹੀ ਸਾਰੇ ਆਪਦੇ ਫੈਸਲੇ ਦੇਣ, ਜਾਂ ਉਹਨਾਂ ਨੇ ਸਮੁੱਚੀ ਕੌਮ ਨੂੰ ਦੇਣਾ ਜਾਂ ਕਿਸੇ ਵਿਅਕਤੀ ਦੇ ਵਿਰੁੱਧ ਦੇਣਾ ਜਿਹਨੇ ਕੋਈ ਕਾਰਵਾਈ ਮਾੜੀ ਕੀਤੀ ਹੈ। ਤੇ ਫਿਰ ਉਹ ਤਾਂ ਬਿਲਕੁਲ ਪਾਰਦਰਸ਼ੀ ਹੋਣਾ ਚਾਹੀਦੇ ਨੇ ਜਥੇਦਾਰ। ਤੇ ਪਰ ਜੇ ਉਹਨਾਂ ਤੇ ਕੋਈ ਉੱਠਦਾ ਹੈ, ਕੈਂਚੂ ਉੱਠਦਾ, ਉਹਨਾਂ ਤੋਂ ਮਰਜ਼ਾਦਾ ਦੇ ਉਲਟ ਦਿੱਤਾ ਜਾਂਦਾ ਜਿਹੜੀ ਆਪਣੀਆਂ ਗਾਈਡਲਾਈਨ, ਫਿਰ ਉਹਨਾਂ ਦੀ ਡਿਨਾਊਂਸ ਕਰਨਾ ਤੇ ਉਹਨਾਂ ਨੂੰ ਲਾਉਣਾ ਵੀ ਬਣਦਾ ਹੈ। ਦੂਜਾ ਮੈਂ ਕਹੂੰਗਾ ਕਿਉਂ ਨਾ ਵਿਦਵਾਨ ਹੀ ਵਾਕਿਆ ਹੀ ਇਕੱਠੇ ਸਾਰੇ ਸਿੱਖ ਵਿਦਵਾਨ ਜਾਂ ਵਿਦੇਸ਼ਾਂ 'ਚ ਲਏ ਜਾਣ, ਉਹਦਾ ਪਤਾ ਨਹੀਂ ਮੈਂ ਪ੍ਰਕਿਰਿਆ ਕੀ ਹੋਊਗੀ ਕਿਹੜਾ। ਪਰ ਮੈਂ ਜਿੱਥੋਂ ਤੱਕ ਸੋਚਦਾ ਆਪਣੇ ਸੰਧੂ ਸਾਹਿਬ, ਜੇ ਮੈਂ ਠੀਕ ਹੋਵਾਂ, 5 ਪਿਆਰਿਆਂ ਦੀ ਪ੍ਰਥਾ ਤਾਂ ਹੈਗੀ ਆ ਨਾ ਜੀ। ਜਦੋਂ 5 ਪਿਆਰੇ ਆ, ਜਦੋਂ ਗੁਰੂ ਨੇ ਵੀ ਅੰਮ੍ਰਿਤ ਉਹਨਾਂ ਨੂੰ ਛਕਾ ਕੇ ਛਕਿਆ, ਤੇ 5 ਪਿਆਰਿਆਂ ਦਾ ਸਥਾਨ ਵੀ ਬਹੁਤ ਵੱਡਾ ਹੈ। ਇੱਕ ਇਨਸਾਨ ਦੀ ਫੈਮਿਲੀ ਕਰਕੇ ਸਾਡੀ ਸਿੱਖਾਂ ਦੀ ਇਹ ਪੋਜੀਸ਼ਨ ਅੱਜ ਹੋ ਗਈ ਹੈ ਕਿ ਹੁਣ ਰੀਸੈਂਟਲੀ ਜਥੇਦਾਰ ਸਾਹਿਬ ਨੇ ਕਿਹਾ ਵੀ ਆਪਣਾ ਚੈਨਲ ਬਣਾਓ, ਕਿਸੇ ਨੇ ਸੁਣਿਆ ਹੀ ਨਹੀਂ। ਅਦਰਵਾਈਜ਼ ਇਹ ਜਿਹੜੇ ਇੱਕ ਪਰਿਵਾਰ ਨੇ ਸਿੱਖ ਕੌਮ ਨੂੰ ਇਸ ਪੋਜੀਸ਼ਨ ਤੇ ਲਿਆ ਦੇਣਾ ਕਿ ਅਸੀਂ ਉੱਠਣ ਜੋਗੇ ਨਹੀਂ ਰਹਿਣਾ। ਉਹੀ ਹਾਲ ਹੋ ਜਾਣਾ ਜੋ ਪਹਿਲਾਂ ਮੁਸਲਮਾਨਾਂ ਵੇਲੇ ਸਾਡਾ ਹਾਲ ਸੀਗਾ। ਬਹੁਤ ਜ਼ਿਆਦਾ ਪੇਚੀਦਾ ਹੈ। ਇਹ ਤੇ ਆਪਾਂ ਚਰਚਾ ਅੱਜ ਕਰ ਲੈਂਦੇ ਹਾਂ, ਅੱਗੇ ਵੀ ਕਰਾਂਗੇ, ਪਿੱਛੇ ਵੀ ਕਰਦੇ ਰਹੇ, ਪਰ ਨੇੜਲੇ ਭਵਿੱਖ ਦੇ ਵਿੱਚ ਇਹਨੂੰ ਕੋਈ ਸਿੱਧੇ ਰਸਤੇ ਪੈਣ ਦੀ ਜਾਂ ਕੋਈ ਦੀ ਸਖਾਲੀ ਪ੍ਰਕਿਰਿਆ ਹੋਣ ਦੀ ਹੈ ਜਦੋਂ ਆਤ ਨਜ਼ਰ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਸਾਡੀਆਂ ਜ਼ਿੰਮੇਵਾਰੀਆਂ ਕੀ। ਜਦੋਂ ਜ਼ਿੰਮੇਵਾਰੀਆਂ ਦਾ ਪਤਾ ਲੱਗ ਗਿਆ ਫਿਰ ਇਹ ਸਿਸਟਮ ਬਦਲਿਆ ਜਾਣਾ, ਕਿਉਂਕਿ ਪ੍ਰੈਸ਼ਰ ਬੰਦਿਆਂ ਦੇ ਉੱਤੋਂ ਕ੍ਰੀਏਟ ਕਰੀ ਜਾਂਦੇ ਸੀ। ਜਿੱਦਾਂ ਵਿਰਸਾ ਸਿੰਘ ਵਲਟੋਆ ਦਾ ਬੋਲਣਾ, ਹੋਰਨਾਂ ਦਾ ਬੋਲਣਾ, ਇਹਦੇ ਉਹਦੇ ਦੇ ਖਿਲਾਫ ਜਦੋਂ ਬੋਲਣਾ ਨਾ, ਉਹ ਕਈਆਂ ਤੋਂ ਨਹੀਂ ਜਰਿਆ ਜਾਂਦਾ। ਕਈ ਹੁੰਦੇ ਆ ਮੇਰੇ ਅੱਗੇ ਢੀਠ ਜਿਹੇ ਹੁੰਦੇ, ਜੋ ਮਰਜ਼ੀ ਆਖੀ ਜਾਓ, ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਅੱਗੇ ਤੇ ਰਹਿਣਾ। ਤੇ ਕਈਆਂ ਦੀ ਹੁੰਦੀ ਮਾਨਸਿਕਤਾ ਵੀ ਜਦੋਂ ਉਂਗਲ ਉਠਾਵੇ ਉਹ ਤੋਂ ਪਿੱਛੇ ਹਟ ਜਾਣਾ। ਉਹਦੇ ਪਿੱਛੇ ਜਥੇਦਾਰ ਚਾਹੀਦੇ ਨੇ ਛੋਟੇ, ਕਿ ਜੇ ਜਦੋਂ ਜਥੇਦਾਰ ਇੱਕ ਆ ਰਿਟਾਇਰ ਹੋ ਜਾਊਗਾ ਫਿਰ ਉਹਦੀ ਥਾਂ ਤੇ ਆ ਜਾਊਗਾ। ਜਦੋਂ ਜਥੇਦਾਰ ਰਿਟਾਇਰ ਹੋ ਜਾਏ, ਜਿੱਦਾਂ ਫੌਜ ਦਾ ਜਨਰਲ ਰਿਟਾਇਰ ਹੋ ਕੇ ਸਿੱਧਾ ਪੈਨਸ਼ਨ ਚਲ ਜਾਂਦਾ, ਉਹਨੂੰ ਹੋਰ ਕਿਸੇ ਉਹਦੇ ਤੇ ਲਾਇਆ ਨਹੀਂ ਜਾਂਦਾ, ਉਹਨੂੰ ਮੁੜ ਕੇ ਬਸ ਹੋਰ ਕਿਸੇ ਉਹਦੇ ਤੇ ਲੱਗਣ ਦੀ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਉਹ ਆਪਦਾ ਮਾਰਗਦਰਸ਼ਨ ਹੀ ਕਰੇ ਤੇ ਘਰ ਹੀ ਚਲ ਜਾਵੇ। ਇਹਦੇ 2-3 ਕਾਰਨ ਨੇ। ਇੱਕ ਤਾਂ ਇਹਨਾਂ ਨੇ ਬਿਆਨ ਦੇ ਦਿੱਤਾ ਸੀ ਬਈ ਜਿਹੜੀ ਅਕਾਲੀ ਦਲ ਹੈ ਇਹ ਹੁਣ ਆਮ ਬੰਦਿਆਂ ਦੀ, ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਦੀ ਪਾਰਟੀ ਨਹੀਂ, ਇਹ ਮਤਲਬ ਤਕੜੇ ਜਿਹੜੇ ਬੰਦੇ ਨੇ ਉਹਨਾਂ ਦੇ ਹੱਥ 'ਚ ਚਲੀ ਗਈ ਹੈ। ਇਹ 3-4 ਗੱਲਾਂ ਸੀਗੀਆਂ ਜਿਹੜੀਆਂ ਕਿ ਇਹਨਾਂ ਦੇ ਜਿਹੜੇ ਸਰਦਾਰ ਨੇ ਜਿਨ੍ਹਾਂ ਦੇ ਹੱਥ 'ਚ ਇਹ ਸਾਰਾ ਕੁਛ ਆ, ਉਹਨਾਂ ਨੂੰ ਪਸੰਦ ਨਹੀਂ ਆਇਆ ਤੇ ਇਸ ਲਈ ਇਸ ਬੰਦੇ ਨੂੰ ਕੱਢਿਆ ਗਿਆ, ਹਟਾਇਆ ਗਿਆ ਇਸ ਬੰਦੇ ਨੂੰ। ਸੰਧੂ ਸਾਹਿਬ ਦੇਖੋ ਵੀ ਜਿਹੜਾ ਕਾਂਗਰਸ ਦਾ ਜਥੇਦਾਰ ਆ ਨਾ, ਉਹਦੀ ਜਿਹੜੀ ਪੋਜੀਸ਼ਨ ਆ ਉਹ ਇੱਕ ਅਕਾਲੀ ਦਲ ਦੇ ਪ੍ਰਧਾਨ ਨਾਲੋਂ ਜਾਂ ਕਿਸੇ ਵੀ ਹੋਰ ਪ੍ਰਧਾਨ ਦੇ ਨਾਲੋਂ ਬਹੁਤ ਉੱਚੀ ਹੈ ਜੀ। ਕਿਉਂਕਿ ਆਪਾਂ ਕਹਿੰਦੇ ਜ਼ਰੂਰ ਆ ਕਿ ਜਿਹੜੀ ਚੋਣ ਜਿਹੜੀ ਆ ਸ਼੍ਰੋਮਣੀ ਕਮੇਟੀ ਕਰਦੀ ਆ, ਪਰ ਤੁਹਾਨੂੰ ਇਹ ਪਤਾ, ਸਾਰੇ ਲੋਕਾਂ ਨੂੰ ਪਤਾ ਵਾ, ਸੱਚਾਈ ਇਹ ਆ ਕਿ ਸ਼੍ਰੋਮਣੀ ਕਮੇਟੀ ਕਰਦੀ ਨਹੀਂ ਆ। ਜੋ ਸ਼੍ਰੋਮਣੀ ਕਮੇਟੀ ਨੂੰ ਆਰਡਰ ਹੁੰਦਾ ਆ, ਮਤਲਬ ਅਕਾਲੀ ਦਲ ਦੇ ਪ੍ਰਧਾਨ ਵੱਲੋਂ, ਚਾਹੇ ਬਾਦਲ ਪਰਿਵਾਰ ਵੱਲੋਂ ਲਾ ਲਓ, ਉਹੀ ਜਥੇਦਾਰ ਬਣਦਾ ਆ। ਵੀ ਜਦੋਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿਹੜੀ ਹੁੰਦੀ ਆ, ਜਿਹੜੀ ਹੁਣ ਬਹੁਤ ਚਿਰ ਬਾਅਦ ਹੋ ਰਹੀ ਆ, ਉਹ 5 ਸਾਲ ਬਾਅਦ ਹੋਣੀ ਚਾਹੀਦੀ ਆ। ਤੇ ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਵੋਟਾਂ ਪੈਣ, ਉਹਦੇ ਨਾਲ ਹੀ ਜਿਹੜੀ ਦੂਸਰੀ ਵੋਟ ਆ ਉਹ ਜਥੇਦਾਰ ਦੀ ਪਵੇ। नमस्कार, अस्सलाम वालेकुम, सत श्री अकाल। मैं हाँ कमर संधू। इस वे नॉर्थ अमेरिका है बुधवार की शाम, भारत वीरवार की सवेर, नानकशाही संमत 555 की हाड़ की 8 तरीक है और तुसी देख रहे जे
ਤੁਹਾਡਾ ਆਪਣਾ ਸ਼ੋ ਹੈਲੋ ਗਲੋਬਲ ਪੰਜਾਬ, ਜੋ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਤੇ ਇਸ ਵੇਲੇ ਲਾਈਵ ਟੈਲੀਕਾਸਟ ਹੈ। ਅਸੀਂ ਇਸ ਵੇਲੇ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਉੱਪਰ ਵੀ ਲਾਈਵ ਆ ਔਰ ਉਹਨੂੰ ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਕ੍ਰਾਸ ਪੋਸਟ ਵੀ ਕੀਤਾ ਜਾ ਰਿਹਾ। OTT ਪਲੇਟਫਾਰਮ Jio TV ਤੇ ਡੇਲੀ ਹੰਟ ਉੱਪਰ ਵੀ ਇਸ ਸ਼ੋ ਹੈਲੋ ਗਲੋਬਲ ਪੰਜਾਬ ਨੂੰ ਤੁਸੀਂ ਦੇਖ ਸਕਦੇ ਜੀ। ਕਾਲ ਇਨ ਸ਼ੋ ਆ, ਸੋ ਜੇ ਤੁਸੀਂ ਕਾਲ ਕਰਨੀ ਹੋਵੇ ਤੇ 2 ਨੰਬਰਸ ਨੇ ਜਿਹੜੇ ਤੁਹਾਡੀ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਹੇ ਨੇ। ਤੁਸੀਂ ਸਾਡੇ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਜਿਹੜੇ ਕਮੈਂਟਸ ਪੋਸਟ ਕਰੋਗੇ ਉਹ ਤੁਹਾਡੇ ਨਾਲ ਸਾਂਝੇ ਵੀ ਕਰਾਂਗੇ। ਕੁਝ ਕਮੈਂਟਸ ਅਸੀਂ ਤੁਹਾਡੀ ਸਕਰੀਨ ਤੇ ਵੀ ਡਿਸਪਲੇ ਕਰਾਂਗੇ, ਕੁਝ ਮੈਂ ਪੜ੍ਹ ਕੇ ਵੀ ਸੁਣਾਉਂਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਦੇ ਜਿਹੜੇ ਕਰੰਟ ਇਵੈਂਟਸ ਨੇ, ਮੁਲਕ ਦੇ ਕਰੰਟ ਇਵੈਂਟਸ, ਦੁਨੀਆ ਦੀਆਂ ਵੱਡੀਆਂ ਘਟਨਾਵਾਂ, ਉਹਨਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ। ਔਰ ਅੱਜ ਗੱਲ ਕਰਾਂਗੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦੀ। ਪਿਛਲੇ ਹਫਤੇ SGPC ਸ਼੍ਰੋਮਣੀ ਕਮੇਟੀ ਨੇ ਅਚਾਨਕ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਦੇ ਨਵੇਂ ਜਥੇਦਾਰ ਵਜੋਂ ਨਿਯੁਕਤ ਕੀਤਾ। ਇਹ ਡਿਵੈਲਪਮੈਂਟ ਜਿਹੜੀ ਆ, ਇਹਦੀ ਥੋੜ੍ਹੀ ਬਹੁਤ ਆਸ ਕਾਫੀ ਦੇਰ ਤੋਂ ਸੀ, ਪਰ ਇਹ ਇੱਕਦਮ ਜਦੋਂ ਇਹ ਫੈਸਲਾ ਹੋਇਆ ਤੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ। ਗਿਆਨੀ ਹਰਪ੍ਰੀਤ ਸਿੰਘ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸਨ, ਹੁਣ ਵੀ ਹਨ, ਔਰ ਉਹਨਾਂ ਨੂੰ 2018 ਤੋਂ ਅਕਾਲ ਤਖਤ ਦਾ ਐਕਟਿੰਗ ਚਾਰਜ ਜਿਹੜਾ ਸੀ ਅਕਾਲ ਤਖਤ ਜਥੇਦਾਰ ਦਾ, ਉਹ ਦਿੱਤਾ ਹੋਇਆ ਸੀ। 5 ਸਾਲ ਉਹ ਐਕਟਿੰਗ ਜਥੇਦਾਰ ਰਹੇ, ਲੇਕਿਨ ਹੁਣ ਅਚਾਨਕ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਥਾਂ ਗਿਆਨੀ ਰਘਬੀਰ ਸਿੰਘ ਨੂੰ ਨਵਾਂ ਅਕਾਲ ਤਖਤ ਦਾ ਜਥੇਦਾਰ ਲਾ ਦਿੱਤਾ ਗਿਆ ਵਾ। ਕਿਹਾ ਤੇ ਇਹ ਗਿਆ ਵਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਜ਼ਿੰਮੇਵਾਰੀ ਤੋਂ ਖੁਦ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਜ਼ਿੰਮੇਵਾਰੀ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ, ਇਸ ਕਰਕੇ ਉਹਨਾਂ ਨੂੰ ਬਦਲਿਆ ਗਿਆ ਵਾ। ਲੇਕਿਨ ਸਿਆਸੀ ਹਲਕਿਆਂ ਦੇ ਵਿੱਚ, ਧਾਰਮਿਕ ਹਲਕਿਆਂ ਦੇ ਵਿੱਚ ਜਿਹੜੀ ਚਰਚਾ ਵਾ ਉਹ ਇਹ ਵਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨਾਲ ਕੁਝ ਸਮੇਂ ਤੋਂ ਨਾ ਖੁਸ਼ ਸਨ, ਇਸ ਕਰਕੇ ਉਹਨਾਂ ਨੂੰ ਬਦਲਿਆ ਗਿਆ ਵਾ। ਕਾਫੀ ਦੇਰ ਤੋਂ ਇਹ ਵੀ ਇੱਕ ਵਿਚਾਰ ਚਰਚਾ ਹੋ ਰਹੀ ਆ ਕਿ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦਾ ਕੀ ਸਿਸਟਮ ਹੋਣਾ ਚਾਹੀਦਾ। ਹੁਣ ਉਹਨਾਂ ਦੀ ਨਿਯੁਕਤੀ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਕਰਦੀ ਆ, ਪਰ ਆਮ ਜਿਹੜੀ ਗੱਲ ਆ ਉਹ ਇਹ ਵਾ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਵਾ ਉਹ ਇਸ ਨਿਯੁਕਤੀ ਦੇ ਪਿੱਛੇ ਹੁੰਦੇ ਨੇ, ਔਰ ਜਿਹਨੂੰ ਉਹ ਚਾਹੁੰਦੇ ਨੇ ਉਹ ਅਕਾਲ ਤਖਤ ਦੇ ਜਥੇਦਾਰ ਲੱਗਦਾ ਵਾ, ਜਿਹਨੂੰ ਨਹੀਂ ਚਾਹੁੰਦੇ ਉਹਨੂੰ ਬਦਲ ਦਿੱਤਾ ਜਾਂਦਾ ਵਾ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਜੇ ਵਾਕਈ ਆਪਾਂ ਸ਼੍ਰੀ ਅਕਾਲ ਤਖਤ ਦੀ ਖੁਦਮੁਖਤਿਆਰੀ ਬਰਕਰਾਰ ਰੱਖਣੀ ਆ, ਔਰ ਜੇ ਵਾਕਈ ਪ੍ਰਭੂਤਾ, ਅਥਾਰਟੀ ਜਿਹੜੀ ਆ ਐਸਟੈਬਲਿਸ਼ ਕਰਨੀ ਆ ਅਕਾਲ ਤਖਤ ਦੇ ਜਥੇਦਾਰ ਦੀ, ਤਾਂ ਫਿਰ ਕੀ ਉਹਨਾਂ ਦੀ ਨਿਯੁਕਤੀ ਦਾ ਸਿਸਟਮ ਹੋਣਾ ਚਾਹੀਦਾ ਵਾ। ਜਿਹੜਾ ਹੁਣ ਨਿਯੁਕਤੀ ਦਾ ਸਿਸਟਮ ਆ, ਸ਼੍ਰੋਮਣੀ ਕਮੇਟੀ ਅਪਾਇੰਟ ਕਰਦੀ ਹੈ, ਲੇਕਿਨ ਉਹਦੇ 'ਚ ਬਹੁਤ ਵੱਡੀ ਸੇ ਜਿਹੜੀ ਆ ਅਕਾਲੀ ਦਲ ਦੇ ਪ੍ਰਧਾਨ ਦੀ ਹੁੰਦੀ ਹੈ। ਨਿਯੁਕਤੀ ਦਾ ਕੀ ਸਿਸਟਮ ਹੋਣਾ ਚਾਹੀਦਾ ਵਾ, ਇਹਦੇ ਬਾਰੇ ਅੱਜ ਵਿਚਾਰ ਚਰਚਾ ਆਪਾਂ ਕਰਾਂਗੇ। ਅੱਗੇ ਵੀ 1-2 ਵਾਰੀ ਇਹ ਵਿਚਾਰ ਚਰਚਾ ਹੋ ਚੁੱਕੀ ਆ, ਲੇਕਿਨ ਬਾਰ-ਬਾਰ ਇਹ ਵਿਸ਼ਾ ਸਾਹਮਣੇ ਆਉਂਦਾ ਵਾ ਕਿਉਂਕਿ ਸਿਸਟਮ ਉਹੀ ਚੱਲ ਰਿਹਾ ਜਿਹੜਾ ਕਈ ਸਾਲਾਂ ਤੋਂ ਚੱਲ ਰਿਹਾ ਸੀ। ਗਿਆਨੀ ਹਰਪ੍ਰੀਤ ਸਿੰਘ ਨਾਲ ਦੱਸਦੇ ਨੇ ਕਿ ਕੁਝ ਅਕਾਲੀ ਲੀਡਰ ਨਾਖੁਸ਼ ਸਨ ਜਦੋਂ ਤੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਰਾਘਵ ਚੱਡਾ, ਉਹਨਾਂ ਦੀ ਸਗਾਈ ਦੀ ਜਿਹੜੀ ਰਸਮ ਸੀ ਉਹ ਦਿੱਲੀ ਦੇ ਵਿੱਚ ਜਾ ਕੇ ਅਟੈਂਡ ਕੀਤੀ ਸੀ। ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਆ ਜਿਹੜੇ ਅਕਾਲੀ ਦਲ ਦੇ ਲੀਡਰ ਨੇ, ਉਹਨਾਂ ਨੇ ਇਸ ਦੀ ਆਲੋਚਨਾ ਵੀ ਕੀਤੀ ਸੀ ਕਿ ਉਹਨਾਂ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ। ਕਾਫੀ ਦੇਰ ਤੋਂ ਇਹ ਚਰਚਾ ਹੋ ਰਹੀ ਆ ਕਿ ਸਿਸਟਮ, ਨਿਯੁਕਤੀ ਦਾ ਸਿਸਟਮ ਅਕਾਲ ਤਖਤ ਦੇ ਜਥੇਦਾਰ ਦੀ ਔਰ ਬਾਕੀ ਤਖਤ ਦੇ ਜਥੇਦਾਰਾਂ ਦਾ ਕੀ ਹੋਣਾ ਚਾਹੀਦਾ ਵਾ। ਪਿੱਛੇ ਜੇ ਇੱਕ ਸੈਮੀਨਾਰ ਹੋਇਆ ਸੀ ਚੰਡੀਗੜ੍ਹ ਦੇ ਵਿੱਚ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਕੇਂਦਰੀ ਸਿੰਘ ਸਭਾ, ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਇਹਨਾਂ ਨੇ ਇਹ ਸੈਮੀਨਾਰ ਆਰਗੇਨਾਈਜ਼ ਕੀਤਾ ਸੀ। ਔਰ ਇਸ ਸੈਮੀਨਾਰ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਆਈ ਸੀ ਉਹਦੇ 'ਚ ਗਿਆਨੀ ਕੇਵਲ ਸਿੰਘ, ਗਿਆਨੀ ਜਥੇਦਾਰ ਮਨਜੀਤ ਸਿੰਘ ਹੁਣੇ ਵੀ ਹਿੱਸਾ ਲਿਆ ਸੀ, ਪ੍ਰੋਫੈਸਰ ਮਨਜੀਤ ਸਿੰਘ ਨੇ ਵੀ। ਉਹਦੇ ਜਿਹੜੀ ਗੱਲ ਨਿਕਲ ਕੇ ਆਈ ਸੀ ਕਿ ਸ਼੍ਰੋਮਣੀ ਕਮੇਟੀ ਦੇ ਥਾਂ 'ਤੇ ਇੱਕ ਸਿੱਖ ਵਿਦਵਾਨਾਂ ਦੀ ਕਮੇਟੀ ਹੋਣੀ ਚਾਹੀਦੀ ਹੈ, ਜਿਹਦੇ 'ਚ ਦੁਨੀਆ ਭਰ ਦੇ ਜਿਹੜੇ ਵਿਦਵਾਨ ਨੇ ਉਹਨਾਂ ਦੇ ਨੁਮਾਇੰਦੇ ਸ਼ਾਮਿਲ ਹੋਣ, ਔਰ ਇਹ ਜਿਹੜੀ ਕਮੇਟੀ ਆ ਵਿਦਵਾਨਾਂ ਦੀ ਕਮੇਟੀ, ਇਹ ਅਕਾਲ ਤਖਤ ਦਾ ਜਥੇਦਾਰ ਜਿਹੜਾ ਵਾ ਉਹ ਨਿਯੁਕਤ ਕਰਨ। ਇਹ ਕਿਵੇਂ ਹੋਊਗਾ ਉਹਦਾ ਕੋਈ ਮੋਡੈਲਿਟੀਜ਼ ਤਾਂ ਨਹੀਂ ਕਿਸੇ ਨੇ ਦੱਸੀਆਂ, ਲੇਕਿਨ ਇੱਛਾ ਇਹ ਜ਼ਾਹਿਰ ਕੀਤੀ ਗਈ ਸੀ। ਅਕਾਲ ਤਖਤ ਜਥੇਦਾਰ ਦੀ ਬੇਸਿਕ ਭੂਮਿਕਾ ਹੈ ਕਿ ਇਹ ਅਹੁਦਾ ਕਦੋਂ ਹੋਂਦ 'ਚ ਆਇਆ। ਮੰਨਿਆ ਜਾਂਦਾ ਵਾ ਕਿ ਜਦੋਂ ਤੋਂ 6ਵੇਂ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੀ, ਸ਼੍ਰੀ ਹਰਗੋਬਿੰਦ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ, ਜਦੋਂ ਤੋਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਉਦੋਂ ਤੋਂ ਇਹ ਜਿਹੜੀ ਪ੍ਰਥਾ ਵਾ
ਅਕਾਲ ਤਖਤ ਦੇ ਜਥੇਦਾਰ ਦੀ ਚੱਲੀ ਆ ਰਹੀ ਆ। ਔਰ ਮੰਨਿਆ ਜਾਂਦਾ ਕਿ ਭਾਈ ਗੁਰਦਾਸ ਜੀ ਜਿਹੜੇ ਨੇ ਉਹ ਪਹਿਲੇ ਜਥੇਦਾਰ ਮੰਨੇ ਗਏ ਸਨ। ਉਸ ਤੋਂ ਬਾਅਦ ਅਕਾਲੀ ਫੂਲਾ ਸਿੰਘ ਵੀ ਜਥੇਦਾਰ ਰਹੇ, ਲੇਕਿਨ ਫਿਰ ਇਹ ਜਿਹੜਾ ਸਿਸਟਮ ਆ ਇਹ ਬਦਲਦਾ ਗਿਆ। ਹੌਲੀ ਹੌਲੀ SGPC ਹੋਂਦ 'ਚ ਆਈ ਔਰ ਫਿਰ SGPC ਇਸ ਅਹੁਦੇ ਨੂੰ ਕੰਟਰੋਲ ਕਰਨ ਲੱਗ ਪਈ। ਔਰ ਸਿਰਫ SGPC ਨਹੀਂ, ਅਕਾਲੀ ਦਲ ਦਾ ਪ੍ਰਧਾਨ ਬੇਸਿਕਲੀ ਜਿਹਨੂੰ ਚਾਹੁੰਦਾ ਵਾ ਉਹਨੂੰ ਲਾਤਾ ਜਾਂਦਾ, ਜਿਹਨੂੰ ਨਹੀਂ ਚਾਹੁੰਦੇ ਉਹਨੂੰ ਹਟਾਤਾ ਜਾਂਦਾ। ਇਹ ਸਿਸਟਮ ਮੈਂ ਪਿਛਲੇ 1900 ਆਲਮੋਸਟ 40 ਸਾਲਾਂ ਤੋਂ ਦੇਖ ਰਿਹਾ ਵਾਂ। ਮੈਨੂੰ ਯਾਦ ਹੈ 1984 ਦੇ ਵਿੱਚ ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ। ਉਹਨਾਂ ਨੇ ਇੱਕ ਬੜਾ ਵਿਵਾਦਕ ਸਟੇਟਮੈਂਟ ਦਿੱਤੀ ਸੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ। ਉਸ ਤੋਂ ਬਾਅਦ ਉਹਨੂੰ ਹਟਾਇਆ ਗਿਆ। ਫਿਰ ਕੁਝ ਦੇਰ ਵਾਸਤੇ ਭਾਈ ਜਸਬੀਰ ਸਿੰਘ ਰੋਡੇ ਨੂੰ ਲਾਇਆ ਗਿਆ, ਫਿਰ ਉਹਨਾਂ ਨੂੰ ਹਟਾਇਆ ਗਿਆ। ਫਿਰ ਉਸ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਅਕਾਲ ਤਖਤ ਦੇ ਜਥੇਦਾਰ ਲਾਇਆ ਗਿਆ। ਫਿਰ ਕੁਝ ਦੇਰ ਲਈ ਮਿਲੀਟੈਂਟਸ ਦੇ ਹੱਥ ਦੇ ਵਿੱਚ ਇਹ ਅਹੁਦਾ ਆ ਗਿਆ। ਉਸ ਵੇਲੇ ਤੁਹਾਨੂੰ ਪਤਾ ਹੀ ਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਔਰ ਉਸ ਤੋਂ ਬਾਅਦ ਫਿਰ ਗੁਰਬਚਨ ਸਿੰਘ ਮਾਨੋਚਾਲ ਵੀ ਅਕਾਲ ਤਖਤ ਦੇ ਜਥੇਦਾਰ ਵਜੋਂ ਨਿਯੁਕਤ ਕੀਤੇ ਗਏ ਸਨ। ਲੇਕਿਨ ਫਿਰ ਮਿਲੀਟੈਂਟਸ ਨੂੰ ਖੁਸ਼ ਕਰਨ ਲਈ ਜਾਂ ਮਿਲੀਟੈਂਟਸ ਦਾ ਜਵਾਬ ਦੇਣ ਵਾਸਤੇ ਭਾਈ ਰਣਜੀਤ ਸਿੰਘ ਜੋ ਉਸ ਵੇਲੇ ਜੇਲ੍ਹ ਦੇ ਵਿੱਚ ਸਨ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਲਾਇਆ ਗਿਆ। ਲੇਕਿਨ ਸਾਲ ਕੁ ਬਾਅਦ ਉਹਨਾਂ ਨੂੰ ਵੀ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ। ਪ੍ਰੋਫੈਸਰ ਮਨਜੀਤ ਸਿੰਘ ਵੀ ਐਕਟਿੰਗ ਜਥੇਦਾਰ ਉਸ ਤੋਂ ਬਾਅਦ ਰਹੇ ਔਰ ਹੁਣ ਗਿਆਨੀ ਹਰਪ੍ਰੀਤ ਸਿੰਘ ਪਿਛਲੇ 4-5 ਸਾਲ ਤੋਂ ਐਕਟਿੰਗ ਜਥੇਦਾਰ ਵਜੋਂ ਕੰਮ ਕਰ ਰਹੇ ਸਨ। ਹੁਣ ਉਹ ਜਥੇਦਾਰ ਤਖਤ ਦਮਦਮਾ ਸਾਹਿਬ ਦੇ ਤੇ ਜਥੇਦਾਰ ਰਹਿਣਗੇ, ਤਖਤ ਦਮਦਮਾ ਸਾਹਿਬ ਦੇ, ਲੇਕਿਨ ਅਕਾਲ ਤਖਤ ਦੇ ਜਥੇਦਾਰ ਹੁਣ ਹੋਣਗੇ ਗਿਆਨੀ ਰਘਬੀਰ ਸਿੰਘ। ਕਿੰਨੀ ਕੁ ਉਹ ਖੁਦਮੁਖਤਿਆਰੀ, ਕਿੰਨੀ ਕੁ ਪ੍ਰਭੂਤਾ ਅਥਾਰਟੀ ਨੂੰ ਅਸਰਟ ਕਰ ਸਕਣਗੇ, ਇਹ ਇਸ ਵੇਲੇ ਦੇਖਣਾ ਹੋਵੇਗਾ। ਲੇਕਿਨ ਅੱਜ ਦਾ ਮਸਲਾ ਵਾ ਕਿ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦਾ ਸਿਸਟਮ ਕੀ ਹੋਣਾ ਚਾਹੀਦਾ ਤਾਂ ਕਿ ਅਕਾਲ ਤਖਤ ਦੇ ਜਥੇਦਾਰ ਖੁਦਮੁਖਤਿਆਰ ਹੋਵੇ, ਉਹਦੀ ਅਥਾਰਟੀ ਜਿਹੜੀ ਆ ਉਹਦੀ ਪ੍ਰਭੂਤਾ ਜਿਹੜੀ ਆ ਉਹ ਪੂਰੀ ਕਾਇਮ ਰਹੇ। ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਵੈਸੇ ਤਾਂ ਇਹ ਧਾਰਮਿਕ ਮਸਲਾ ਹੈ, ਵੈਸੇ ਵੱਧ ਰਿਹਾ ਤਾਂ ਜਿਹੜੇ ਸਿੱਖ ਸਕਾਲਰ ਆ ਦੇ ਸਕਦੇ ਆ, ਜਿਹੜੇ ਵਿਦਵਾਨ ਹੈ। ਹਾਂ, ਤੇ ਪਰ ਮੈਂ ਆਪਦੀ ਸੂਝ ਮੁਤਾਬਕ ਦੱਸਣਾ ਚਾਹਣਾ, ਕਹਿਣਾ ਵਿਚਾਰ ਰੱਖਦਾ ਹੈ ਵੀ ਜਦੋਂ ਅਕਾਲ ਤਖਤ ਦੀ ਆਪਣੀ ਹੈਗਾ ਸਥਾਨ ਆ, ਸਰਵਉੱਚ ਸਥਾਨ ਆ ਸਾਰੇ ਸਿੱਖਾਂ ਲਈ। ਸਾਰੇ ਜਿਹੜੇ ਸਿੱਖ ਦੇ ਫੈਲੋਅਰਸ ਨੇ, ਆਪਾਂ ਸਿੱਖ ਫੈਮਿਲੀ ਚ ਪੈਦਾ ਹੋਏ ਆ, ਸਾਰਿਆਂ ਦੇ ਰਾਹੀਂ ਸਰਵਉੱਚ ਆ ਤੇ ਆਪਾਂ ਉਹਦਾ ਮੰਨਦੇ ਵੀ ਆ। ਤੇ ਫਿਰ ਉਸ ਸਰਵਉੱਚ ਸਥਾਨ ਤੇ ਜਿਹੜਾ ਜਥੇਦਾਰ ਲਾਉਣਾ ਉਹ ਵੀ ਤਾਂ ਜਿਹੜਾ ਪੂਰੀ ਮਰਜ਼ਾਦਾ ਰੱਖਦਾ ਹੋਵੇ ਅਕਾਲ ਤਖਤ ਦੀ, ਜਾਂ ਆਪਣੇ ਸਿੱਖ ਧਰਮ ਦੇ ਮੁਤਾਬਕ ਜਿਹੜੀਆਂ ਗਾਈਡਲਾਈਨਸ ਹੈਗੀਆਂ ਨੇ ਜਾਂ ਮਰਜ਼ਾਦਾ, ਉਹਨਾਂ ਦੇ ਮੁਤਾਬਕ ਰਹਿ ਕੇ ਹੀ, ਘੇਰੇ 'ਚ ਰਹਿ ਕੇ ਹੀ ਸਾਰੇ ਆਪਦੇ ਫੈਸਲੇ ਦੇਣ, ਜਾਂ ਉਹਨਾਂ ਨੇ ਸਮੁੱਚੀ ਕੌਮ ਨੂੰ ਦੇਣਾ ਜਾਂ ਕਿਸੇ ਵਿਅਕਤੀ ਦੇ ਵਿਰੁੱਧ ਦੇਣਾ ਜਿਹਨੇ ਕੋਈ ਕਾਰਵਾਈ ਮਾੜੀ ਕੀਤੀ ਹੈ। ਤੇ ਫਿਰ ਉਹ ਤਾਂ ਬਿਲਕੁਲ ਪਾਰਦਰਸ਼ੀ ਹੋਣਾ ਚਾਹੀਦੇ ਨੇ ਜਥੇਦਾਰ। ਤੇ ਪਰ ਜੇ ਉਹਨਾਂ ਤੇ ਕੋਈ ਉੱਠਦਾ ਹੈ, ਕੈਂਤੂ ਉੱਠਦਾ, ਉਹਨਾਂ ਤੋਂ ਮਰਜ਼ਾਦਾ ਦੇ ਉਲਟ ਦਿੱਤਾ ਜਾਂਦਾ ਜਿਹੜੀ ਆਪਣੀਆਂ ਗਾਈਡਲਾਈਨਸ, ਫਿਰ ਉਹਨਾਂ ਦੀ ਡਿਨਾਊਂਸ ਕਰਨਾ ਤੇ ਉਹਨਾਂ ਨੂੰ ਲਾਉਣਾ ਵੀ ਬਣਦਾ ਹੈਗਾ। ਹੁਣ ਇੱਥੇ ਗੱਲ ਆ ਜਾਂਦੀ ਹੈ, ਜਿਵੇਂ ਤੁਸੀਂ ਕਿਹਾ ਵੀ ਸ਼੍ਰੋਮਣੀ ਕਮੇਟੀ ਚੁਣਦੀ ਹੈ। ਜੇ ਸ਼੍ਰੋਮਣੀ ਕਮੇਟੀ ਜਿਹੜੀ ਚੁਣਦੀ ਹੈ, ਪ੍ਰਬੰਧਕ ਕਮੇਟੀ, ਫਿਰ ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਪਾਰਦਰਸ਼ੀ ਵਾਲੀ ਹੋਣੀ ਚਾਹੀਦੀ ਹੈ, ਬਿਨਾਂ ਕਿਸੇ ਸਿਆਸੀ ਦਬਾਅ ਤੋਂ ਨਿਰਪੱਖ ਲੋਕਾਂ ਦੀ ਹੋਣੀ ਚਾਹੀਦੀ ਹੈ। ਉਹਦੇ 'ਚ ਜਾਣ ਹੀ ਚੁਣਨ ਵਾਲੇ ਬੰਦੇ ਜਿਹੜੇ ਪੂਰਾ ਵਿਸ਼ਵਾਸ ਰੱਖਦੇ ਆ, ਪਹਿਰਾਵੇ 'ਚ ਸਾਰਾ ਕੁਛ ਰੱਖਦੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ, ਫਿਰ ਤਾਂ ਉਹਨਾਂ 'ਚੋਂ ਚੁਣਿਆ ਜਾਵੇ। ਪਰ ਇਹ ਮੰਦਭਾਗਾ ਆਪਾਂ ਦੇਖਿਆ ਪਿਛਲੇ ਸਾਲਾਂ ਤੋਂ ਜਦੋਂ ਤੋਂ ਹੀ ਆਪਾਂ ਸੁਰਤ ਸੰਭਾਲੀਆ, ਨਹੀਂ ਹੋਇਆ। ਇਹ ਕਿਸੇ ਖਾਸ ਪਾਰਟੀ ਨਾਲ ਸੰਬੰਧਿਤ ਹੈ, ਜਾਂ ਆਪਾਂ ਜਿਵੇਂ ਬੀਬੀ ਜਗੀਰ ਕੌਰ ਨੇ ਵੀ ਮੰਨਿਆ ਵੀ ਉਹਨਾਂ ਦੇ ਜੇਬ 'ਚੋਂ ਹੀ ਨਿਕਲਦੇ ਆ। ਇਹ ਗੱਲ ਤਾਂ ਮੰਨ ਹੈਗੀ ਆ, ਇਫੈਕਟ ਕਰਦੀ ਆ ਕੁਛ। ਦੂਜਾ ਮੈਂ ਕਹੂੰਗਾ ਕਿਉਂ ਨਾ ਵਿਦਵਾਨ ਹੀ ਵਾਕਿਆ ਹੀ ਇਕੱਠੇ ਸਾਰੇ ਸਿੱਖ ਵਿਦਵਾਨ ਜਾਂ ਵਿਦੇਸ਼ਾਂ 'ਚੋਂ ਲਏ ਜਾਣ, ਉਹਦਾ ਪਤਾ ਨਹੀਂ ਮੈਂ ਪ੍ਰਕਿਰਿਆ ਕੀ ਹੋਊਗੀ, ਕਿਹੜਾ ਮੈਂ। ਪਰ ਮੈਂ ਜਿੱਥੋਂ ਤੱਕ ਸੋਚਦਾ ਆਪਣੇ ਸੰਧੂ ਸਾਹਿਬ, ਜੇ ਮੈਂ ਠੀਕ ਹੋਵਾਂ, 5 ਪਿਆਰਿਆਂ ਦੀ ਪ੍ਰਥਾ ਤਾਂ ਹੈਗੀ ਆ ਨਾ ਜੀ। ਜਦੋਂ 5 ਪਿਆਰੇ ਆ, ਜਦੋਂ ਗੁਰੂ ਨੇ ਵੀ ਅੰਮ੍ਰਿਤ ਉਹਨਾਂ ਨੂੰ ਛਕਾ ਕੇ ਛਕਿਆ, ਤੇ 5 ਪਿਆਰਿਆਂ ਦਾ ਸਥਾਨ ਵੀ ਬਹੁਤ ਵੱਡਾ ਹੈ। ਤੇ ਕਿਉਂ ਨਾ ਇਹ ਜਿਹੀਆਂ ਸਾਰੇ ਕਮੇਟੀ 5 ਪਿਆਰੇ ਉਹ ਚੁਣੇ ਜਾਣ। ਜੇ ਕੋਈ ਜਥੇਦਾਰ ਦੀ ਚੋਣ ਕਰਨੀ ਹੈ ਤਾਂ 5 ਪਿਆਰਿਆਂ ਦੀ ਰਾਏ ਨਾ ਕੀਤੀ ਜਾਵੇ। ਪਰ ਉਹ 5 ਪਿਆਰੇ ਵੀ ਤੇ ਸ਼ੇਰ ਸਿੰਘ ਜੀ 5 ਪਿਆਰੇ ਵੀ ਤੇ ਸ਼੍ਰੋਮਣੀ ਕਮੇਟੀ ਅਪਾਇੰਟ ਕਰਦੀ ਹੈ ਨਾ। ਫਿਰ ਦੁੱਖ ਤਾਂ ਇਹਦਾ ਮਤਲਬ ਫਿਰ ਸਾਰੀ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਹੁੰਦੀ ਸ਼੍ਰੋਮਣੀ, ਤੇ ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੇਰਾ ਖਿਆਲ ਨਿਰਪੱਖ ਤੇ ਮਤਲਬ ਸਹੀ ਲੋਕਾਂ ਦੀਆਂ, ਜਿਹੜੇ ਵਿਸ਼ਵਾਸ ਰੱਖਦੇ, ਜਿਨ੍ਹਾਂ ਕੋਲ ਨੌਲੇਜ ਹੈ, ਉਹਨਾਂ ਕੋਲ ਹੋਵੇ ਤੇ ਪੋਲੀਟੀਕਲ ਪ੍ਰਭਾਵ ਨਾ ਹੋਵੇ। ਨਹੀਂ ਤਾਂ ਫਿਰ ਜਿਵੇਂ ਫਿਰ ਜੇ ਸ਼੍ਰੋਮਣੀ ਕਮੇਟੀ ਚੱਲੂ, ਉਹ ਕਿਸੇ ਪੋਲੀਟੀਕਲ ਥੱਲੇ ਪ੍ਰਭਾਵ ਥੱਲੇ। ਸੋ ਅਕਾਲ ਤਖਤ ਜਥੇਦਾਰ ਜਿਹੜੀ ਆ ਉਹ ਸਿਆਸੀ ਦਬਾਅ ਥੱਲੇ ਨਹੀਂ ਹੋਣਾ ਚਾਹੀਦਾ। ਮਿਹਰਬਾਨੀ, ਥੈਂਕ ਯੂ ਜੀ। ਮੀਨਵਾਈਲ ਕਾਫੀ ਸੱਜਣ ਸਾਡੇ ਨਾਲ ਫੇਸਬੁੱਕ ਤੇ ਵੀ ਜੁੜ ਗਏ ਨੇ। ਦਰਸ਼ਨ ਧਾਲੀਵਾਲ ਦਾ ਵਿਚਾਰ ਹੁਣੇ ਆਇਆ ਵਾ ਕਿ ਅਕਾਲ ਤਖਤ ਦਾ ਜਥੇਦਾਰ ਸਭ ਦਾ ਸਾਂਝਾ ਹੁੰਦਾ ਹੈ, ਨਾ ਕਿ ਇਕੱਲਾ ਅਕਾਲੀ ਦਲ ਦਾ।
ਅਕਾਲੀ ਦਲ ਦਾ ਬਾਕੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਕਿਸੇ ਵੀ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਹੋਣਾ ਚਾਹੀਦਾ, ਨਾ ਪਹਿਲਾਂ ਹੋਣਾ ਚਾਹੀਦਾ ਨਾ ਬਾਅਦ ਵਿੱਚ। ਸਿੱਖ ਕੌਮ ਨੂੰ ਇਸ ਬਾਰੇ ਸੋਚਣਾ ਚਾਹੀਦਾ ਵਾ ਵੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਉਹੀ ਬੰਦੇ ਖੜੇ ਹੋਣ ਜਿਹੜੇ ਕਿਸੇ ਪਾਰਟੀ ਦੇ ਨਾਲ ਨਾ ਸੰਬੰਧਿਤ ਹੋਣ। ਇਹ ਦਰਸ਼ਨ ਧਾਲੀਵਾਲ ਹੋਣਾ ਦਾ ਵਿਚਾਰ ਹੈ। ਮੀਨਵੈਲ ਗੁਰਪ੍ਰੀਤ ਸੇਖੋ, ਬੰਟੂ, ਦਿਲਜੀਤ ਸੰਧੂ, ਹਰਦੀਪ ਸਿੰਘ ਸੋਢੀ, ਮਿਸਕੀ ਗੁਪਤਾ ਹੋਣਾ ਦੇ ਵੀ ਕਮੈਂਟ ਤੁਸੀਂ ਫੇਸਬੁੱਕ ਦੇ ਉੱਪਰ ਦੇ ਸਕਦੇ ਜੇ। ਯਾਨੀ ਹਰਪ੍ਰੀਤ ਸਿੰਘ ਨੂੰ ਕਿਉਂ ਬਦਲਿਆ ਗਿਆ, ਇਹਦੇ ਬਾਰੇ ਇੱਕ ਵਿਚਾਰ ਤੇ ਇਹ ਵਾ ਕਿ ਸ਼ਾਇਦ ਉਹਨਾਂ ਨੇ ਰਾਘਵ ਚੱਡਾ ਦੀ ਸਗਾਈ ਦੀ ਰਸਮ ਅਟੈਂਡ ਕੀਤੀ। ਵੈਸੇ ਤਾਂ ਨਿੱਜੀ ਤੌਰ 'ਤੇ ਕੋਈ ਫੰਕਸ਼ਨ ਅਟੈਂਡ ਕਰ ਸਕਦਾ, ਲੇਕਿਨ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹ ਕਾਰਨ ਨਹੀਂ ਸੀ। ਫਿਰ ਕੀ ਕਾਰਨ ਸੀ? ਕੀ ਵਾਕਈ ਉਹਨਾਂ ਨੇ ਆਪਣੀ ਮਰਜ਼ੀ ਨਾਲ ਇਹ ਅਹੁਦਾ ਛੱਡਣ ਦੀ ਇੱਛਾ ਜ਼ਾਹਿਰ ਕੀਤੀ? ਇਹਦੇ ਉੱਪਰ ਵੀ ਤੁਸੀਂ ਜੇ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਟਿੱਪਣੀ ਕਰ ਸਕਦੇ ਜੀ। ਜਸਵਿੰਦਰ ਚਾਹਲ ਤੋਂ ਬਾਅਦ ਵੀ ਕੁਝ ਕਮੈਂਟਸ ਆ ਰਹੇ ਨੇ, ਉਹ ਵੀ ਮੈਂ ਸਾਂਝੇ ਕਰੂੰਗਾ, ਪਰ ਮੈਂ ਹੁਣ ਇੱਕ ਇੱਕ ਕਰਕੇ ਜਿਹੜੇ ਕਾਲਰ ਜੁੜੇ ਨੇ ਉਹਨਾਂ ਦੀ ਗੱਲ ਸਾਂਝੀ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਅਰਜ਼ ਇਹ ਹੈ ਜੀ ਕਿ ਪਿਛਲੇ 20 ਸਾਲ ਤੋਂ ਜਥੇਦਾਰ ਸਾਹਿਬ ਦੀ ਇਹ ਪੋਜੀਸ਼ਨ ਹੋ ਚੁੱਕੀ ਹੋਈ ਸੀ ਕਿ ਜਿੱਦਾਂ ਕਿ ਆਪਣੀ ਕੋਈ ਆਵਾਜ਼ ਕੱਢ ਹੀ ਨਹੀਂ ਸਕਦੇ ਸਨ। ਜਿੱਦਾਂ ਕਿ ਇੰਨੇ ਵਾਰਦਾਤਾਂ ਹੋ ਗਈਆਂ, ਬਰਗਾੜੀ ਦੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ, ਫਿਰ ਹੁਕਮਨਾਮੇ ਚੇਂਜ ਹੋਏ, ਘਰ ਬੁਲਾ ਕੇ ਉਹਨਾਂ ਨੇ ਇਹ ਸਾਡੇ ਇੱਕ ਸਿੱਖ ਕੌਮ ਦੇ ਪ੍ਰੈਜ਼ੀਡੈਂਟ ਹੈ, ਹਿਸਾਬ ਸਿਰ ਉਹਨਾਂ ਨੂੰ ਘਰ ਬੁਲਾਇਆ ਜਾਂਦਾ ਤੇ ਉਹ ਚੇਂਜ ਕੀਤਾ ਜਾਂਦਾ। ਮਤਲਬ ਇੱਕ ਕੰਪਨੀ, ਇੱਕ ਸੰਸਥਾ ਆਪਣੀ ਬਣਾ ਕੇ ਉਹਨਾਂ ਨੇ ਸਾਰਾ ਕੰਟਰੋਲ ਕੀਤਾ ਹੋਇਆ ਸਿੱਖੀਜ਼ਮ 'ਚ, ਜਿਹੜੀ ਕਿ ਬੜੀ ਮਾੜੀ ਗੱਲ, ਮੱਤਭਾਦੀ ਗੱਲ ਹੈ। ਇਹਦੇ ਨਾਲ ਸਿੱਖਾਂ ਦੀ ਇੱਜ਼ਤ ਘਟੀ ਹੈ, ਕੋਈ ਵਧੀ ਨਹੀਂ ਇਹਨਾਂ ਦੇ ਕਾਰਨ ਕਰਕੇ। ਇੱਕ ਇਨਸਾਨ ਦੀ ਫੈਮਿਲੀ ਕਰਕੇ ਸਾਡੀ ਸਿੱਖਾਂ ਦੀ ਇਹ ਪੋਜੀਸ਼ਨ ਅੱਜ ਹੋ ਗਈ ਹੈ ਕਿ ਹੁਣ ਰੀਸੈਂਟਲੀ ਜਥੇਦਾਰ ਸਾਹਿਬ ਨੇ ਕਿਹਾ ਵੀ ਆਪਣਾ ਚੈਨਲ ਬਣਾਓ, ਕਿ ਇਹਨੇ ਸੁਣਿਆ ਹੀ ਨਹੀਂ। ਸਿਰਫ ਮੇਰੇ ਹਿਸਾਬ ਸਿਰ ਇਸੇ ਕਰਕੇ ਇਹਨਾਂ ਨੂੰ ਬਦਲਾ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਉੱਥੇ ਕਮਾਈ ਸੀ ਤੇ ਉਹਨਾਂ ਨੂੰ। ਹੁਣ ਇਹਦਾ ਹੱਲ ਕੀ ਹੈ, ਕੀ ਕੀਤਾ ਜਾਏ? ਮੇਰੇ ਹਿਸਾਬ ਸਿਰ ਹਰ ਇੱਕ ਕੰਟਰੀ ਵਾਈਜ਼, ਹਰ ਇੱਕ ਗੁਰਦੁਆਰੇ ਦਾ ਕੰਟਰੀ ਵਾਈਜ਼ ਦੀ ਰਾਏ ਲਿੱਤੀ ਜਾਏ ਕਿ ਤੁਸੀਂ ਕਿਹੜੇ ਜਥੇਦਾਰ ਨੂੰ ਅੱਗੇ ਲਿਆਉਣਾ ਚਾਹੁੰਦੇ ਹੋ। ਇਹ ਬੰਦੇ ਰੱਖੇ ਜਾਣ, ਉਹ ਬੰਦਿਆਂ ਨੂੰ ਦੱਸਿਆ ਜਾਏ ਕਿ ਜਥੇਦਾਰਾਂ ਨੂੰ ਕਿਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹੋ ਕੰਟਰੀ ਵਾਈਜ਼। ਫਿਰ ਸੂਬੇ ਵਾਈਜ਼ ਉਹ ਲਿਆਏ ਜਾਣ ਅੱਗੇ ਬੰਦੇ, ਤੁਸੀਂ ਕਿਹਨੂੰ ਲਿਆਉਣਾ ਚਾਹੁੰਦੇ ਹੋ, ਉਹਦੀ ਕਾਊਂਟਿੰਗ ਕੀਤੀ ਜਾਏ। ਫਿਰ ਜਿਹੜੇ ਨਵੀਂ ਅਗਰ ਚੋਣ ਹੋਣ ਕੇ ਬਣਦੇ ਮੈਂਬਰ, ਉਹਨਾਂ ਨੂੰ ਵੀ ਇਹਦੇ ਇਖਤਿਆਰ ਦਿੱਤਾ ਜਾਵੇ ਕਿ ਜਿਹੜੇ ਬੰਦੇ ਅੱਗੇ ਆਏ ਆ ਇਹਨਾਂ ਨੂੰ ਚੁਣੋ। ਫਿਰ ਮੇਰੇ ਹਿਸਾਬ ਸੇ ਸਹੀ ਆਏਗਾ। ਅਦਰਵਾਈਜ਼ ਇਹ ਜਿਹੜੇ ਇੱਕ ਪਰਿਵਾਰ ਇਹਨੇ ਸਿੱਖ ਕੌਮ ਨੂੰ ਇਸ ਪੋਜੀਸ਼ਨ ਤੇ ਲਿਆ ਦੇਣਾ ਕਿ ਅਸੀਂ ਉੱਠਣ ਜੋਗੇ ਨਹੀਂ ਰਹਿਣਾ। ਉਹੀ ਹਾਲ ਹੋ ਜਾਣਾ ਜੋ ਪਹਿਲਾਂ ਮੁਸਲਮਾਨਾਂ ਵੇਲੇ ਸਾਡਾ ਹਾਲ ਸੀਗਾ, ਇਹ ਉਹ ਹਾਲ ਕਰਨ ਨੂੰ ਤਿਆਰ ਬੈਠਾ ਹੈ। ਮਿਹਰਬਾਨੀ। ਇੱਕ ਪਰਿਵਾਰ ਦਾ ਜਿਹੜਾ ਦਬਦਬਾ ਵਾ ਉਹ ਨਹੀਂ ਹੋਣਾ ਚਾਹੀਦਾ, ਇਹ ਆਮ ਗੱਲ ਨਿਕਲ ਕੇ ਆ ਰਹੀ ਹੈ। ਮੀਨਵੈਲ ਦਲਵੀਰ ਸਿੰਘ ਨੇ ਵੀ ਉਹੀ ਗੱਲ ਕੀਤੀ ਜੋ ਮਲਹੋਤਰਾ ਸਾਹਿਬ ਕਹਿ ਰਹੇ ਸਨ ਕਿ PTC ਚੈਨਲ ਬਦਲਣ ਦੀ ਡੇਟ ਨੇੜੇ ਆ ਰਹੀ ਹੈ ਕਿ ਗੁਰਬਾਣੀ ਦੀ ਪ੍ਰਸਾਰਣ ਕਿਵੇਂ ਹੋਵੇ। ਸ਼ਾਇਦ ਇਸ ਕਰਕੇ ਜਥੇਦਾਰ ਨੂੰ ਬਦਲਿਆ ਗਿਆ, ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ SGPC ਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ। ਵੈਸੇ ਅੱਜ ਖਬਰਾਂ ਦੇ ਵਿੱਚ ਵੀ ਇਹ ਹੈ ਕਿ ਸ਼ਾਇਦ SGPC ਇੱਕ YouTube ਚੈਨਲ ਪਹਿਲਾਂ ਖੜਾ ਕਰਨ ਲੱਗਾ ਵਾ। ਹੁਣ ਪ੍ਰੈਸ਼ਰ ਪੈ ਗਿਆ ਸਾਰੇ ਪਾਸੇ, ਸਰਕਾਰ ਨੇ ਵੀ ਪ੍ਰੈਸ਼ਰ ਬਣਾਤਾ, ਜਿਹੜਾ ਉਹਨਾਂ ਨੇ ਇੱਕ ਬਿੱਲ ਇਹਦੇ ਬਾਰੇ ਲਿਆਂਦਾ। ਉਹ ਬਿੱਲ ਨੂੰ ਮਨਜ਼ੂਰੀ ਮਿਲੇ ਨਾ ਮਿਲੇ, ਲੇਕਿਨ ਐਟਲੀਸਟ ਇਹ ਗੱਲ ਚਰਚਾ ਦੇ ਵਿੱਚ ਜ਼ਰੂਰ ਆ ਗਈ ਹੈ। ਕੀ ਕਾਰਨ ਹੈ? ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਅਹੁਦਾ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਉਹਨਾਂ ਨੇ, ਜਾਂ ਵਾਕਈ ਉਹਨਾਂ ਨੂੰ ਬਦਲਿਆ ਗਿਆ ਵਾ? ਇਹਦੇ ਬਾਰੇ ਦੇਖਦੇ ਅਗਲੇ ਕਾਲਰ ਕੀ ਕਹਿੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਿਲਜੀਤ ਸੰਧੂ ਜੀ। ਸੰਧੂ ਸਾਹਿਬ, ਇਹ ਜਿਹੜਾ ਮਸਲਾ ਹੈ ਨਾ ਜੀ, ਇਹ ਬਹੁਤ ਜ਼ਿਆਦਾ ਪੇਚੀਦਾ, ਬਹੁਤ ਜ਼ਿਆਦਾ ਨਹੀਂ, ਬਹੁਤ ਜ਼ਿਆਦਾ ਪੇਚੀਦਾ ਹੈ। ਇਹ ਤੇ ਆਪਾਂ ਚਰਚਾ ਅੱਜ ਕਰ ਲੈਂਦੇ ਹਾਂ, ਅੱਗੇ ਵੀ ਕਰਾਂਗੇ, ਪਿੱਛੇ ਵੀ ਕਰਦੇ ਰਹੇ, ਪਰ ਨੇੜਲੇ ਭਵਿੱਖ ਦੇ ਵਿੱਚ ਇਹਨੂੰ ਕੋਈ ਸਿੱਧੇ ਰਸਤੇ ਪੈਣ ਦੀ ਜਾਂ ਕੋਈ ਦੀ ਸਖਾਲੀ ਪ੍ਰਕਿਰਿਆ ਹੋਣ ਦੀ ਅਜੇ ਕੋਈ ਆਸ ਨਜ਼ਰ ਨਹੀਂ ਆਉਂਦੀ, ਕਿਉਂਕਿ ਸਿਸਟਮ ਜਿਹੜਾ ਬਣਿਆ ਵਾ ਉਹਨੂੰ ਬਦਲਣਾ ਬਹੁਤ ਔਖਾ ਪਿਆ। ਤੁਸੀਂ ਕਹਿ ਰਹੇ ਜੇ ਦਿਲਜੀਤ ਸੰਧੂ ਜੀ ਆਸ ਕੋਈ ਨਜ਼ਰ ਨਹੀਂ ਆ ਰਹੀ, ਇੰਨਾ ਨੁਕਸਾਨ ਹੋ ਗਿਆ, ਨੁਕਸਾਨ ਹੋ ਰਿਹਾ ਵਾ, ਫਿਰ ਵੀ ਕੋਈ ਸਿਸਟਮ ਬਦਲਣ ਦੀ ਚਾਂਸ ਨਹੀਂ ਬਣ ਰਿਹਾ? ਨਹੀਂ, ਮੈਨੂੰ ਨਹੀਂ ਲੱਗਦਾ ਜੀ, ਕਿਉਂਕਿ ਅਜੇ ਤੱਕ ਸਿੱਖਾਂ ਦੇ ਵਿੱਚ ਜਾਂ ਸਾਡੇ ਵੱਡੇ ਜਿਹੜੇ ਆਗੂ ਉਹਨਾਂ ਚ ਉਹ ਪੂਰਾ ਸਿੱਧੇ ਰਸਤੇ ਚੱਲਦੇ ਹੀ ਨਹੀਂ ਗੇ। ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਸਾਡੀਆਂ ਜ਼ਿੰਮੇਵਾਰੀਆਂ ਕੀ। ਜਦੋਂ ਜ਼ਿੰਮੇਵਾਰੀਆਂ ਦਾ ਪਤਾ ਲੱਗ ਗਿਆ ਫਿਰ ਇਹ ਸਿਸਟਮ ਬਦਲਿਆ ਜਾਣਾ। ਹੁਣ ਤੁਸੀਂ ਇੱਕ ਉਦਾਹਰਨ ਲੈ ਲਓ, ਹਰਿਆਣੇ ਦੀ SGPC ਵੱਖਰੀ ਹੋ ਗਈ ਜੀ, ਕਿੱਧਰ ਨੂੰ ਗਈ ਹੈ ਜੀ? ਬਿਲਕੁਲ ਠੀਕ ਹੈ। ਮਕਾਲ ਤੋਂ ਕਲੇਸ਼ ਤੋਂ ਇੱਥੋਂ ਵੱਖਰੀ ਹੋਏ ਵੀ ਸਾਡੀ ਇੱਥੇ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਆਪਦੀ ਵੱਖਰੀ ਕਮੇਟੀ ਸ਼ੁਰੂ ਕਰਦੇ ਹਾਂ, ਤੇ ਉੱਥੇ ਕਿੰਨੀ ਕਲੇਸ਼ ਖੜੀ ਹੋ ਗਈ ਜੀ, ਚੰਗੀ ਤਰ੍ਹਾਂ ਚੱਲਣੀ ਨਹੀਂ। ਕੀ ਕੁਝ ਬਦਲ ਗਿਆ? ਇਹ ਮੈਂ ਬਾਕੀ ਜਿਹੜੀ ਗੱਲ ਦੱਸਦਾ ਵੀ ਜਥੇਦਾਰ ਅਕਾਲ ਤਖਤ ਨੂੰ ਬਦਲਿਆ ਨਹੀਂ ਗਿਆ, ਪਰ ਉਹ ਘੁੱਟਣ ਜੀ ਮਹਿਸੂਸ ਕਰਦੇ ਸੀ ਮੇਰੇ ਹਿਸਾਬ ਨਾਲ। ਉਹਨਾਂ ਆਪ ਹੀ ਨਾ ਆਪਦੀ ਇੱਛਾ ਅਨੁਸਾਰ ਨਾ ਥੋੜਾ ਜਿਹਾ ਪਿੱਛੇ ਨੂੰ ਹੁੰਦੇ, ਕਿਉਂਕਿ ਪ੍ਰੈਸ਼ਰ ਬੰਦਿਆਂ ਦੇ ਉੱਤੋਂ ਕ੍ਰੀਏਟ ਕਰੀ ਜਾਂਦੇ ਸੀ, ਜਿੱਦਾਂ ਵਿਰਸਾ ਸਿੰਘ ਵਲਟੋਆ ਦਾ ਬੋਲਣਾ, ਹੋਰਨਾਂ ਦਾ ਬੋਲਣਾ, ਇਹਦੇ ਉਹਦੇ ਦੇ ਖਿਲਾਫ ਜਦੋਂ ਬੋਲਣਾ ਨਾ, ਉਹ ਕਈਆਂ ਤੋਂ ਨਹੀਂ ਜਗਿਆ ਜਾਂਦਾ। ਕਈ ਹੁੰਦੇ ਆ
ਮੇਰੇ ਅੱਗੇ ਢੀਠ ਜੀ ਆਉਂਦੇ, ਜੋ ਮਰਜ਼ੀ ਆਖੀ ਜਾਓ, ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਉੱਤੇ ਰਹਿਣਾ। ਦੇ ਕਈਆਂ ਦੀ ਹੁੰਦੀ ਮਾਨਸਿਕਤਾ ਵੀ ਜਦੋਂ ਕੋਈ ਉਂਗਲ ਉਠਾਵੇ ਉਹ ਤੋਂ ਪਿੱਛੇ ਹਟ ਜਾਣਾ ਬਿਹਤਰ ਸਮਝਦੇ ਆ। ਮੈਂ ਤਾਂ ਸਮਝਦਾ ਪਹਿਲੀ ਗੱਲ ਜਥੇਦਾਰ ਨੇ ਇਹ ਕੀਤੀ। ਅੱਗੇ ਤੋਂ ਸਿਸਟਮ ਕੀ ਹੋਣਾ ਚਾਹੀਦਾ? ਅੱਗੇ ਦਾ ਸਿਸਟਮ ਕੀ ਹੋਣਾ ਚਾਹੀਦਾ? ਮੈਂ ਜਿਹੜੀ ਗੱਲ ਤੇ ਆਉਣਾ, ਕਮੇਟੀ, ਸ਼੍ਰੋਮਣੀ ਕਮੇਟੀ ਦੇ ਨਾਲ ਇੱਕ ਮਤਲਬ ਵੱਖਰੀ ਇੱਕ ਕਮੇਟੀ ਚਾਹੀਦੀ ਆ ਜਿਹੜੀ ਵਿਦਵਾਨਾਂ ਦੀ ਹੋਵੇ। ਉਹਦੇ ਵਿੱਚ ਵਿਦੇਸ਼ੀ ਸੰਗਤ ਦੇ ਵੀ ਨੁਮਾਇੰਦੇ ਹੋਣ, ਬਾਹਰਲੇ ਜਿਹੜੇ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਸੰਗਤ ਬੈਠੀ ਆ, ਜਿੱਦਾਂ ਹਜ਼ੂਰ ਸਾਹਿਬ ਹੋ ਗਈ, ਦਿੱਲੀ ਹੋ ਗਈ, ਉਹਨਾਂ ਦਾ ਵੀ ਇੱਕ ਨੁਮਾਇੰਦਾ, ਦੋ ਨੁਮਾਇੰਦੇ ਹੋਣੇ ਚਾਹੀਦੇ। ਪਰ ਇਹ ਕਮੇਟੀ ਬਣਾਵੇ ਕੌਣ, ਔਰ ਉਹਦੀ ਟੈਨਿਓਰ ਕੀ ਹੋਣੀ ਚਾਹੀਦੀ ਹੈ? ਗੱਲ ਤਾਂ ਆ ਗਈ ਨਾ ਉੱਥੇ ਜਿੱਥੋਂ ਮੈਂ ਪਹਿਲਾਂ ਸ਼ੁਰੂ ਕੀਤੀ ਵੀ, ਬਹੁਤ ਔਖਾ। ਚਲੋ ਆ ਜਾਓ ਉੱਥੇ, ਗੱਲ ਤੇ ਹੋਣੀ ਚਾਹੀਦੀ ਹੈ। ਫਿਰ ਉੱਥੇ ਜਥੇਦਾਰ ਦਾ ਇੱਕ ਟਾਈਮ ਪੀਰੀਅਡ ਫਿਕਸ ਹੋਣਾ ਚਾਹੀਦਾ। ਜਿਹੜਾ ਜਥੇਦਾਰ ਬਣ ਗਿਆ ਉਹ 3 ਸਾਲ ਲਈ ਜਾਂ 2 ਸਾਲ ਲਈ ਜਾਂ 5 ਸਾਲ ਲਈ, ਜਿੱਦਾਂ ਦੂਜੀ ਗਵਰਨਮੈਂਟ ਟਰਮ 'ਚ ਰਹਿੰਦੇ ਨੇ, ਤਾਂ ਰਹਿਣਾ ਚਾਹੀਦਾ। ਉਹਦੇ ਪਿੱਛੇ ਜਥੇਦਾਰ ਚਾਹੀਦੇ ਨੇ ਛੋਟੇ, ਵੀ ਜੇ ਜਦੋਂ ਜਥੇਦਾਰ ਇੱਕ ਆ ਰਿਟਾਇਰ ਹੋ ਜਾਊਗਾ, ਫਿਰ ਉਹਦੀ ਥਾਂ ਤੇ ਆ ਜਾਊਗਾ। ਜਦੋਂ ਜਥੇਦਾਰ ਰਿਟਾਇਰ ਹੋ ਜਾਏ, ਜਿੱਦਾਂ ਫੌਜ ਦਾ ਜਨਰਲ ਰਿਟਾਇਰ ਹੋ ਕੇ ਸਿੱਧਾ ਪੈਨਸ਼ਨ ਚਲ ਜਾਂਦਾ, ਉਹਨੂੰ ਹੋਰ ਕਿਸੇ ਉਹਦੇ ਤੇ ਲਾਇਆ ਨਹੀਂ ਜਾਂਦਾ, ਉਹਨੂੰ ਮੁੜ ਕੇ ਬਸ ਹੋਰ ਕਿਸੇ ਉਹਦੇ ਤੇ ਲੱਗਣ ਦੀ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਉਹ ਆਪਦਾ ਮਾਰਗਦਰਸ਼ਨ ਹੀ ਕਰੇ ਤੇ ਘਰ ਹੀ ਚਲ ਜਾਵੇ। ਜਿਹੜੀ ਗੱਲ ਆ ਉੱਥੋਂ ਆਪੇ ਉਹਨੂੰ ਪਤਾ ਹੋਵੇ ਵੀ ਪਿਛਲੇ ਜਥੇਦਾਰ ਨੇ ਆ ਜਾਣਾ ਜਾਂ ਇਹਨੇ ਆ ਜਾਣਾ। ਇੱਥੇ ਪਤਾ ਨਹੀਂ ਲੱਗਦਾ ਕਿਹਨੂੰ, ਜਿਹਨੂੰ ਹੁੰਦਾ ਤੇ ਲਾਉਣਾ ਹੁੰਦਾ ਉਹਨੂੰ ਅੱਜ ਲਾ ਦਿੰਦੇ, ਦੂਜੇ ਨੂੰ ਪਤਾ ਨਹੀਂ ਹੁੰਦਾ ਉਹਨੂੰ ਬਣਾ ਦਿੰਦੇ ਆ, ਸਮਝ ਕੋਈ ਲੱਗਦੀ। ਇੱਕ ਕਮੇਟੀ ਹੁਣ ਤੱਕ ਦੇ ਕਰੀਬ ਸਾਰੇ ਜਿਹੜੇ ਕਾਲਰਸ ਨੇ ਉਹਨਾਂ ਨੇ ਇਹੋ ਹੀ ਕਿਹਾ ਵੀ ਇੱਕ ਵਿਦਵਾਨਾਂ ਦੀ ਕਮੇਟੀ ਹੋਣੀ ਚਾਹੀਦੀ ਆ, ਪਰ ਸਿਸਟਮ ਉੱਥੇ ਆ ਜਾਂਦਾ ਵਾ, ਗੱਲ ਉੱਥੇ ਆ ਜਾਂਦੀ ਆ ਵੀ ਇਹ ਕਮੇਟੀ ਬਣਾਵੇ ਕੌਣ, ਇਹਦੀ ਕੀ ਪ੍ਰਤੀਕਿਰਿਆ ਹੋਵੇ। ਇਹ ਬਹੁਤ ਵੱਡਾ ਇਸ਼ੂ ਆ। ਮਿਸਕੀ ਗੁਪਤਾ ਦਾ ਵਿਚਾਰ ਵੀ ਇਹੋ ਹੀ ਆ ਕਿ ਜਿਹੜਾ ਇਹ ਗੁਰਬਾਣੀ ਦਾ ਪ੍ਰਸਾਰਣ ਆ, ਇਹ ਵੱਡਾ ਕਾਰਨ ਬਣਿਆ ਗਿਆਨੀ ਹਰਪ੍ਰੀਤ ਸਿੰਘ ਦੇ ਚੇਂਜ ਹੋਣ ਦਾ। ਬਾਕੀ ਉਹ ਆਪੇ ਛੱਡ ਕੇ ਗਏ ਨੇ, ਇਹਦਾ ਤਾਂ ਕਦੀ ਨਹੀਂ ਪਤਾ ਲੱਗਣਾ, ਲੇਕਿਨ ਕਿਹਾ ਇਹੋ ਹੀ ਗਿਆ ਵਾ ਕਿ ਉਹਨਾਂ ਨੇ ਆਪੇ ਹੀ ਇਹ ਅਹੁਦਾ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ। ਔਰ ਦਲਜੀਤ ਸੰਧੂ ਕਹਿ ਰਹੇ ਨੇ ਉਹ ਘੁਟਨ ਮਹਿਸੂਸ ਕਰ ਰਹੇ ਸਨ, ਸ਼ਾਇਦ ਇਸ ਕਰਕੇ ਉਹ ਛੱਡ ਕੇ ਗਏ। ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ। ਹੈਲੋ, ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੈਂ ਮਾਸਟਰ ਸਵਰਨ ਸਿੰਘ ਜੀ। ਮਾਸਟਰ ਜੀ ਮਾਸਟਰ ਜੀ। ਹਾਂਜੀ, ਇਹ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦਾ ਕੋਈ ਵਿਧੀ ਵਿਧਾਨ ਸੈੱਟ ਹੈ ਨਹੀਂ। ਇਹ ਤਾਂ ਬਸ ਜਿਹੜੇ ਕਾਬਜ ਨੇ ਬੰਦੇ ਉਹ ਆਪਣੀ ਮਰਜ਼ੀ ਨਾਲ ਲਾਉਂਦੇ ਨੇ, ਤੇ ਉਹਨੂੰ ਕਿੰਨੇ ਸਮੇਂ ਲਈ ਅਸੀਂ ਆਰਜੀ ਰੱਖਣਾ। ਦੇਖੋ ਇਹ ਹੁਣ ਗਿਆਨੀ ਹਰਪ੍ਰੀਤ ਸਿੰਘ ਕਿੰਨੇ ਸਮੇਂ ਲਈ ਆਰਜੀ ਹੋ ਰਿਹਾ, ਇਹਨੂੰ ਪੱਕਾ ਨਹੀਂ ਕੀਤਾ ਗਿਆ ਕਿਸੇ ਤਰ੍ਹਾਂ ਨਾਲ। ਦੂਜੀ ਗੱਲ ਇਹ ਵੀ ਇਹਨੂੰ ਹਟਾਇਆ ਕਿਉਂ ਗਿਆ, ਮੈਂ ਇਸ ਸੰਬੰਧ ਦੇ ਵਿੱਚ ਵੀ ਗੱਲ ਕਰੂੰਗਾ। ਇਹਦੇ 2-3 ਕਾਰਨ ਨੇ। ਇੱਕ ਤਾਂ ਇਹਨਾਂ ਨੇ ਬਿਆਨ ਦੇ ਦਿੱਤਾ ਸੀ ਬਈ ਜਿਹੜੀ ਅਕਾਲੀ ਦਲ ਹੈ ਇਹ ਹੁਣ ਆਮ ਬੰਦਿਆਂ ਦੀ, ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਦੀ ਪਾਰਟੀ ਨਹੀਂ, ਇਹ ਮਤਲਬ ਤਕੜੇ ਜਿਹੜੇ ਬੰਦੇ ਨੇ ਉਹਨਾਂ ਦੇ ਹੱਥ ਚਲੀ ਗਈ ਹੈ। ਇਹ ਇੱਕ ਕਾਰਨ ਸੀ। ਦੂਜਾ ਬਈ ਇਹ ਰਾਘਵ ਚੱਡੇ ਦੀ ਸਗਾਈ ਤੇ ਗਿਆ, ਇਹ ਇਹਨਾਂ ਨੂੰ ਪਸੰਦ ਨਹੀਂ ਆਇਆ। ਤੇ ਤੀਜਾ ਇਹ ਕਿਹਾ ਸੀਗਾ ਵੀ ਤੁਸੀਂ ਜਿਹੜਾ ਹੈਗਾ ਗੁਰਬਾਣੀ ਦਾ ਪ੍ਰਸਾਰਣ, ਉਹਦਾ ਆਪਣਾ ਜਿਹੜਾ YouTube ਤੇ SGPC ਆਪਣਾ ਸ਼ੁਰੂ ਕਰਨਾ ਚਾਹੀਦਾ। ਇਹ 3-4 ਗੱਲਾਂ ਸੀਗੀਆਂ ਜਿਹੜੀਆਂ ਕਿ ਇਹਨਾਂ ਦੇ ਜਿਹੜੇ ਸਰਦਾਰ ਨੇ, ਜਿਨ੍ਹਾਂ ਦੇ ਹੱਥ 'ਚ ਇਹ ਸਾਰਾ ਕੁਛ ਆ, ਉਹਨਾਂ ਨੂੰ ਪਸੰਦ ਨਹੀਂ ਆਇਆ, ਤੇ ਇਸ ਲਈ ਇਸ ਬੰਦੇ ਨੂੰ ਕੱਢਿਆ ਗਿਆ, ਹਟਾਇਆ ਗਿਆ ਇਸ ਬੰਦੇ ਨੂੰ, ਤੇ ਉਹ ਦੂਆ ਬੰਦਾ ਲਾਇਆ ਗਿਆ। ਤੇ ਬਾਕੀ ਜੋ ਬਹਾਨੇਬਾਜ਼ੀ ਜਿੰਨੀ ਮਰਜ਼ੀ ਕਰ ਲੈਣ, ਉਹ ਗੱਲਾਂ ਵੱਖਰੀਆਂ ਨੇ। ਦੂਜੀ ਮੈਂ ਇੱਕ ਹੋਰ ਬੇਨਤੀ ਸੰਧੂ ਸਾਹਿਬ ਇਹ ਕਰਨੀ, ਅੱਗੇ ਵੀ ਮੇਰੇ ਕਹੇ ਤੇ ਤੁਸੀਂ ਉਹ ਲਿਆਂਦਾ ਸੀ ਵਿਸ਼ਾ, ਤੁਸੀਂ ਉਹ ਮਾਣੂਕੇ ਦੀ ਕੋਠੀ ਛੱਡਣ ਵਾਲਾ, ਤੇ ਉਹ ਸਾਰਾ ਫੇਰ ਤੁਸੀਂ ਇੱਕ ਦਿਨ ਵਿਸ਼ਾ ਲੈ ਕੇ ਆਓ, ਲੈ ਕੇ ਆਉਣੇ ਜੀ। ਉਹ ਹੁਣ ਦੁਬਾਰਾ NRI ਪਰਿਵਾਰ ਨੂੰ ਕੋਠੀ ਜਿਹੜੀ ਆ ਅਖੀਰ ਚਾਬੀਆਂ ਮਿਲ ਗਈਆਂ। ਮੈਨੂੰ ਪਤਾ ਹੈ ਵੀ ਉਹਨਾਂ ਨੂੰ ਚਾਬੀਆਂ ਮਿਲ ਗਈਆਂ, ਮੈਂ ਵੀ ਦੇਖਿਆ ਸਾਰਾ ਕੁਝ। ਪਰ ਤੁਸੀਂ ਲੋਕਾਂ ਦੇ ਵਿਚਾਰ ਲੈ ਲਿਓ ਉਹਦੇ ਬਾਰੇ ਵੀ ਕੀ ਹੋਇਆ, ਕਿਵੇਂ ਹੋਇਆ, ਬਈ ਉਹ ਵੀ ਜ਼ਰੂਰੀ ਆ। ਇੱਕ ਦਿਨ ਫੇਰ ਲੈ ਕੇ ਆਓ, ਮੈਂ ਤੁਹਾਨੂੰ ਬੇਨਤੀ ਕਰੂੰਗਾ। ਸ਼ੋਰ ਜੀ, ਬਹੁਤ ਮਿਹਰਬਾਨੀ। ਮੀਨਵਾਈਲ ਸਤਨਾਮ ਸਿੰਘ ਧਾਮੀ ਸਾਡੇ ਨਾਲ ਜੁੜ ਗਏ ਨੇ ਫੇਸਬੁੱਕ ਦੇ ਉੱਪਰ। ਉਹ ਕਹਿ ਰਹੇ ਨੇ ਜਥੇਦਾਰ ਦੀ ਨਿਯੁਕਤੀ ਨਾਲੋਂ ਜ਼ਿਆਦਾ ਇੰਪੋਰਟੈਂਟ ਆ ਵੀ ਉਹਨੂੰ ਹਟਾਇਆ ਕਿਵੇਂ ਜਾਵੇ ਜਾਂ ਨਾ ਹਟਾਇਆ ਜਾਵੇ। ਔਰ ਸਤਨਾਮ ਸਿੰਘ ਧਾਮੀ ਦਾ ਵਿਚਾਰ ਹੈ ਕਿ 10 ਸਾਲ ਦੀ ਟੈਨਿਓਰ ਘੱਟੋ ਘੱਟ ਹੋਣੀ ਚਾਹੀਦੀ ਆ, ਜਿੰਨੇ ਚਿਰ ਤੱਕ ਉਹ ਕਿਤੇ ਮਾਨਸਿਕ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਅਨਫਿਟ ਹੋ ਜਾਣ, ਫਿਰ ਭਾਵੇਂ ਉਹਨੂੰ ਹਟਾਇਆ ਜਾਵੇ। ਔਰ ਉਹਦੀ ਪ੍ਰੋਪਰ ਸੈਲਰੀ, ਮੈਡੀਕਲ ਇੰਸ਼ੋਰੈਂਸ, ਪੈਨਸ਼ਨ ਵਗੈਰਾ ਹੋਣੀ ਚਾਹੀਦੀ ਹੈ ਰਿਟਾਇਰਮੈਂਟ ਤੋਂ ਬਾਅਦ, ਤਾਂ ਕਿ ਉਹ ਸਹੀ ਮਾਇਨਿਆਂ ਦੇ ਵਿੱਚ ਖੁਦ ਮੁਖਤਿਆਰ ਹੋ ਕੇ, ਨਿਰਪੱਖ ਹੋ ਕੇ ਸੁਤੰਤਰ ਫੈਸਲੇ ਲੈ ਸਕਣ, ਨਿਰਪੱਖ ਫੈਸਲੇ ਲੈ ਸਕਣ। ਇਹ ਸਤਨਾਮ ਸਿੰਘ ਧਾਮੀ ਦਾ ਬਹੁਤ ਅੱਛਾ ਵਿਚਾਰ ਹੈ। ਦਰਸ਼ਨ ਧਾਲੀਵਾਲ ਕਹਿੰਦੇ ਨੇ ਜਿੰਨਾ ਚਿਰ ਤੱਕ ਜਾਗਰੂਕ ਨਹੀਂ ਹੁੰਦੀ ਸਿੱਖ ਕੌਮ, ਉਹਨਾਂ ਚਿਰ ਤੱਕ ਕੋਈ ਹੱਲ ਨਹੀਂ। ਪ੍ਰਗਟ ਸਿੰਘ ਬਲ ਵੀ ਸਾਡੇ ਨਾਲ ਜੁੜ ਗਏ ਨੇ, ਸਵਾਗਤ ਹੈ ਉਹਨਾਂ ਦਾ। ਸਿਕੰਦਰ ਸਿੰਘ ਔਜਲਾ ਕਹਿ ਰਹੇ ਨੇ ਕਿ ਸਮੱਸਿਆ ਨਾ ਜਥੇਦਾਰ ਦੀ ਹੈ ਨਾ ਅਕਾਲੀ ਦਲ ਦੀ, ਤਕਲੀਫ ਸਿਰਫ ਹੈ ਬਾਦਲ ਪਰਿਵਾਰ ਦਾ ਹੈ। ਜਿਸ ਦਿਨ ਉਹ ਪਿੱਛੇ ਹਟ ਜਾਣਗੇ ਬਹੁਤ ਕੁਝ ਹੱਲ ਹੋ ਜਾਵੇਗਾ। ਸਿਕੰਦਰ ਸਿੰਘ ਔਜਲਾ ਦਾ ਇਹ ਵਿਚਾਰ ਹੈ। ਅਮਨ ਸਿੰਘ ਕੰਬੋਜ
ਜਿਹੜਾ ਇਲੈਕਸ਼ਨ ਸਿਸਟਮ ਆ ਧਾਰਮਿਕ ਮਸਲਿਆਂ ਦੇ ਵਿੱਚ, ਇਹ ਸਿਸਟਮ ਗਲਤ ਆ। ਇਹਦੀ ਇਲੈਕਸ਼ਨ ਨਹੀਂ ਹੋਣੀ ਚਾਹੀਦੀ SGPC ਦੀ, ਪਰ ਫਿਰ ਸਿਸਟਮ ਹੋਰ ਕੀ ਹੋਵੇ, ਇਹ ਵੀ ਇੱਕ ਬਹੁਤ ਵੱਡਾ ਇਸ਼ੂ ਆ। ਸਿੱਖ ਕੌਮ ਹੁਣ ਤੱਕ ਕਹਿੰਦੀ ਆਈ ਆ ਕਿ ਸਿੱਖ ਸਿਰਫ ਇਹੋ ਹੀ ਇੱਕ ਧਰਮ ਆ ਜਿਹਦੇ ਵਿੱਚ ਇੱਕ ਪ੍ਰੋਪਰ ਇਲੈਕਸ਼ਨ ਸਿਸਟਮ ਆ, ਜਿਹਦੇ 'ਚ ਲੋਕਾਂ ਦੀ ਇੱਛਾ ਜਿਹੜੀ ਆ ਉਹ ਸਾਹਮਣੇ ਆਉਂਦੀ ਆ। ਉਹ ਵੀ ਜੇ ਆਪਾਂ ਖਤਮ ਕਰ ਦਈਏ ਅਮਨ ਸਿੰਘ ਜੀ, ਤੇ ਫਿਰ ਕੀ ਸਿਸਟਮ ਹੋਵੇਗਾ। ਮਿਸਕੀ ਗੁਪਤਾ ਦਾ ਵੀ ਤਾਂ ਕਮੈਂਟ ਆਇਆ ਵਾ ਕਿ PTC ਬਹੁਤ ਛੋਟਾ ਕਾਰਨ ਹੈ, ਇਸ ਤੋਂ ਵੱਡਾ ਕਾਰਨ ਹੋ ਗਿਆ ਰਾਘਵ ਚੱਡਾ ਵੀ ਕਾਰਨ ਨਹੀਂ, ਹੋਰ ਕਾਰਨ ਨੇ। ਸ਼ਾਇਦ ਇਹ ਕਾਰਨ ਹੋ ਸਕਦਾ ਵਾ ਕਿ ਉਹਨਾਂ ਨੇ ਅਕਾਲੀ ਦਲ ਬਾਰੇ ਟਿੱਪਣੀ ਕੀਤੀ ਸੀ, ਜਿਵੇਂ ਹੁਣੇ ਮਾਸਟਰ ਸਵਰਨ ਸਿੰਘ ਵੀ, ਉਹਨਾਂ ਨੇ 3-4 ਕਾਰਨ ਗਿਣਾਏ ਨੇ। ਇੱਕ ਮਸਲਾ ਇਹ ਵੀ ਆ, ਕੁਝ ਲੋਕਾਂ ਨੂੰ ਇਹ ਵੀ ਫੀਲਿੰਗ ਆ ਕਿ ਅਕਾਲ ਤਖਤ ਦੀ ਜਥੇਦਾਰ ਦੀ ਲੋੜ ਹੈ ਵੀ ਕਿ ਨਹੀਂ, ਇਹ ਕਿਵੇਂ ਹੋਂਦ 'ਚ ਆਇਆ। ਔਰ ਕਾਫੀ ਲੋਕਾਂ ਦਾ ਵਿਚਾਰ ਹੈ ਕਿ ਜਥੇਦਾਰ ਹੋਣਾ ਨਹੀਂ ਚਾਹੀਦਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਇਹਦੇ ਬਾਰੇ ਵੀ ਤੁਸੀਂ ਟਿੱਪਣੀ ਕਰ ਸਕਦੇ ਜੇ, ਪਰ ਇੱਥੇ ਅਸੀਂ ਰੋਕਨੇ ਇੱਕ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਅੱਜ ਵਾਲਾ ਮਸਲਾ ਕਿ ਨਿਯੁਕਤੀ ਔਰ ਅਕਾਲ ਤਖਤ ਜਥੇਦਾਰ ਨੂੰ ਹਟਾਉਣ ਦਾ ਸਿਸਟਮ ਕੀ ਹੋਣਾ ਚਾਹੀਦਾ ਵਾ, ਕੀ ਹੁਣ ਵਾਲੇ ਸਿਸਟਮ ਦੇ ਵਿੱਚ ਤਬਦੀਲੀ ਦੀ ਲੋੜ ਹੈ। ਹੁਣ ਬੇਸਿਕਲੀ ਉਹਨਾਂ ਦੀ ਜਿਹੜੀ ਨਿਯੁਕਤੀ ਆ ਉਹ SGPC ਕਰਦਾ ਵਾ, ਔਰ SGPC ਦੇ ਪਿੱਛੇ ਬਹੁਤ ਵੱਡਾ ਹੱਥ ਹੁੰਦਾ ਵਾ ਅਕਾਲੀ ਦਲ ਪ੍ਰਧਾਨ ਦਾ। ਸੋ ਜਿਹਨੂੰ ਉਹ ਚਾਹੁੰਦੇ ਆ ਉਹਨੂੰ ਨਿਯੁਕਤ ਕਰ ਦਿੱਤਾ ਜਾਂਦਾ, ਜਿਹਨੂੰ ਨਹੀਂ ਚਾਹੁੰਦੇ ਉਹਨੂੰ ਹਟਾ ਦਿੱਤਾ ਜਾਂਦਾ ਵਾ। ਔਰ ਪਿਛਲੇ ਹਫ਼ਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਜਿਹੜੇ ਕਾਰਜਕਾਰੀ ਐਕਟਿੰਗ ਜਥੇਦਾਰ ਸਨ, ਯਾਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਬਦਲ ਕੇ ਯਾਨੀ ਰਘਬੀਰ ਸਿੰਘ ਨੂੰ ਲਾ ਦਿੱਤਾ ਗਿਆ ਵਾ। ਕੀ ਇਹ ਸਿਸਟਮ ਸਹੀ ਆ, ਕਿਹੋ ਜਿਹੀ ਤਬਦੀਲੀ ਦੀ ਲੋੜ ਹੈ, ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਖਰੇਤੀ ਲਾਲ ਔਰ ਜਸਵਿੰਦਰ ਚਾਹਲ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜ ਗਏ ਨੇ, ਉਹਨਾਂ ਦਾ ਸਵਾਗਤ ਹੈ। ਜਸਵਿੰਦਰ ਚਾਹਲ ਕਹ ਰਹੇ ਨੇ 100 ਹੱਥ ਰੱਸਾ ਸਿਰੇ ਤੇ ਗੰਢ, ਗੱਲ ਇਹ ਹੀ ਹੈ ਜਿਹੜੀ ਸਾਰੇ ਸਿਆਪਿਆਂ ਦੀ ਜੜ ਹੈ। ਜਿੰਨਾ ਚਿਰ ਤੱਕ ਉਹ ਜੜ ਨਹੀਂ ਵੱਢੀ ਜਾਂਦੀ ਉਦੋਂ ਤੱਕ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਇਹ ਜੜ ਕਿਹੜੀ ਹੈ ਇਹ ਸਭ ਜਾਣਦੇ ਨੇ। ਇਹ ਜਸਵਿੰਦਰ ਚਾਹਲ ਦਾ ਕਮੈਂਟ ਆ। ਰਜਿੰਦਰਜੀਤ ਸਿੰਘ ਸੀਰਾ ਵੀ ਕਹਿ ਰਹੇ ਨੇ ਕਿ ਅਕਾਲ ਤਖਤ ਦਾ ਇਤਿਹਾਸ ਆਪਣੇ ਆਪ ਵਿੱਚ ਧੁੰਦਲਾ ਹੈ। 6ਵੇਂ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਕਿਹੜਾ ਫੈਸਲਾ ਕੀਤਾ ਸੀ? ਸਿਰਫ ਰਾੜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਦੀ ਸਜ਼ਾ ਦੀ ਗੱਲ ਵੀ ਗੋਲਮੋਲ ਹੈ। ਜੇਕਰ ਕਿਸੇ ਕੋਲ ਕੋਈ ਠੋਸ ਜਾਣਕਾਰੀ ਹੈ ਤਾਂ ਜ਼ਰੂਰ ਦੱਸੋ। ਰਜਿੰਦਰਜੀਤ ਸਿੰਘ ਸੀਰਾ ਜੀ, ਇਸ ਤੋਂ ਵੱਧ ਮੇਰੇ ਖਿਆਲ ਠੋਸ ਜਾਣਕਾਰੀ ਕਿਸੇ ਕੋਲ ਹੈ ਨਹੀਂ, ਪਰ ਇਹੋ ਹੀ ਮੰਨਿਆ ਜਾਂਦਾ ਵਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਵਾ ਉਹ ਹੋਈ 6ਵੇਂ ਪਾਤਸ਼ਾਹ ਵੇਲੇ, ਔਰ ਉਸ ਤੋਂ ਬਾਅਦ ਫਿਰ ਅਕਾਲ ਤਖਤ ਦਾ ਜਥੇਦਾਰ ਦਾ ਸਿਸਟਮ ਬਣਿਆ। ਹੁਣ ਸਿਸਟਮ ਇਹ ਹੋਣਾ ਚਾਹੀਦਾ ਕਿ ਨਹੀਂ, ਇਹਦੇ ਬਾਰੇ ਵੀ ਤੁਸੀਂ ਟਿੱਪਣੀ ਕਰ ਸਕਦੇ ਜੀ। ਔਰ ਜਿਸ ਹੋਣਾ ਚਾਹੀਦਾ ਸਿਸਟਮ ਤੇ ਨਿਯੁਕਤੀ ਔਰ ਹਟਾਉਣ ਦਾ ਕੀ ਪ੍ਰਕਿਰਿਆ ਜਿਹੜੀ ਆ ਉਹ ਕਾਇਮ ਕਰਨੀ ਚਾਹੀਦੀ ਹੈ। ਕਾਫੀ ਕਾਲਰ ਜੁੜੇ ਹੋਏ ਨੇ, ਸੋ ਇੱਕ ਇੱਕ ਕਰਕੇ ਹੁਣ ਕਾਲਸ ਲੈਣੇ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸ਼ੀਨਾ ਜੀ। ਸੰਧੂ ਸਾਹਿਬ ਦੇਖੋ ਵੀ ਜਿਹੜਾ ਅਕਾਲ ਤਖਤ ਜਥੇਦਾਰ ਆ ਨਾ, ਉਹਦੀ ਜਿਹੜੀ ਪੋਜੀਸ਼ਨ ਆ ਉਹ ਇੱਕ ਅਕਾਲੀ ਦਲ ਦੇ ਪ੍ਰਧਾਨ ਨਾਲੋਂ ਜਾਂ ਕਿਸੇ ਵੀ ਹੋਰ ਪ੍ਰਧਾਨ ਦੇ ਨਾਲੋਂ ਬਹੁਤ ਉੱਚੀ ਆ ਜੀ। ਔਰ ਜੇ ਆਪਾਂ ਇਤਿਹਾਸ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਇੱਕ ਆਪ ਬਣਿਆ ਰਾਜਾ ਸੀ, ਜਿਹਨੇ ਆਪਣੀ ਤਾਕਤ ਦੇ ਨਾਲ ਰਾਜਾ ਬਣਿਆ ਸੀ, ਉਹਨੇ ਵੀ ਅਕਾਲ ਤਖਤ ਦੇ ਜਥੇਦਾਰ ਦੇ ਸਿਰ ਝੁਕਾਇਆ ਸੀ ਜੀ। ਔਰ ਈਵਨ ਇੱਥੋਂ ਤੱਕ ਸੀ ਕਿ ਉਹਨਾਂ ਨੇ ਜੋ ਸਜ਼ਾ ਮਿਲੀ ਸੀ, ਉਹਨਾਂ ਨੂੰ ਕੋੜਿਆਂ ਦੀ ਸਜ਼ਾ ਮਿਲੀ ਸੀ ਜਥੇਦਾਰ ਵੱਲੋਂ, ਉਹ ਵੀ ਉਹਨਾਂ ਪ੍ਰਵਾਨ ਕੀਤੀ ਸੀ। ਪਰ ਅੱਜ ਦੁੱਖ ਦੀ ਗੱਲ ਇਹ ਆ ਕਿ ਇੱਕ ਪਾਰਟੀ ਦਾ ਜਿਹੜਾ ਪ੍ਰਧਾਨ ਆ ਉਹ ਇੱਕ ਐਡੀ ਵੱਡੀ ਮਤਲਬ ਜਿਹੜੀ ਸੰਸਥਾ ਵਾ ਉਹਦੇ ਮਤਲਬ ਜਥੇਦਾਰ ਨੂੰ ਚੁਣਦਾ ਆ। ਕਿਉਂਕਿ ਆਪਾਂ ਕਹਿੰਦੇ ਜ਼ਰੂਰ ਆ ਕਿ ਜਿਹੜੀ ਚੋਣ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਕਰਦੀ ਆ, ਪਰ ਤੁਹਾਨੂੰ ਇਹ ਪਤਾ, ਸਾਰੇ ਲੋਕਾਂ ਨੂੰ ਪਤਾ ਵਾ, ਸੱਚਾਈ ਇਹ ਆ ਕਿ ਸ਼੍ਰੋਮਣੀ ਕਮੇਟੀ ਕਰਦੀ ਨਹੀਂ ਆ। ਜੋ ਸ਼੍ਰੋਮਣੀ ਕਮੇਟੀ ਨੂੰ ਆਰਡਰ ਹੁੰਦਾ ਆ ਮਤਲਬ ਅਕਾਲੀ ਦਲ ਦੇ ਪ੍ਰਧਾਨ ਵੱਲੋਂ, ਚਾਹੇ ਬਾਦਲ ਪਰਿਵਾਰ ਵੱਲੋਂ ਲਾ ਲਓ, ਉਹੀ ਜਥੇਦਾਰ ਬਣਦਾ ਆ। ਔਰ ਉਹਦੇ ਕੋਲ ਪਹਿਲਾਂ ਇਹ ਸ਼ਰਤਾਂ ਬਣਾਈਆਂ ਜਾਂਦੀਆਂ ਨੇ ਵੀ ਜੇ ਜੋ ਕੁਛ ਅਸੀਂ ਤੈਨੂੰ ਕਹੀ ਕਵਾਂਗੇ ਤੂੰ ਉਹ ਕੁਛ ਕਰਨਾ ਆ, ਜੇ ਤੂੰ ਤੈਨੂੰ ਮਨਜ਼ੂਰ ਹੈਗਾ ਤੇ ਤੈਨੂੰ ਜਥੇਦਾਰ ਬਣਾ ਦਿੰਦੇ ਆ, ਤੇ ਜੇ ਨਹੀਂ ਤੇ ਫਿਰ ਨਹੀਂ। ਸੋ ਇਸ ਕਰਕੇ ਜਿਹੜਾ ਇੱਕ ਕੌਮ ਦਾ ਜਥੇਦਾਰ ਆ ਉਹਨੂੰ ਇੱਕ ਮਤਲਬ ਇੱਕ ਪ੍ਰਧਾਨ ਚੁਣੇ, ਮਤਲਬ ਬੜੀ ਸ਼ਰਮ ਵਾਲੀ ਗੱਲ ਆ ਜੀ। ਪਰ ਮੈਂ ਤਾਂ ਜੀ ਅਗਰ ਮੇਰੇ ਜਿਹੜੇ ਵਿਚਾਰ ਉਹੀ ਆ ਜੀ ਵੀ ਜਦੋਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿਹੜੀ ਹੁੰਦੀ ਆ, ਜਿਹੜੀ ਹੁਣ ਬਹੁਤ ਚਿਰ ਬਾਅਦ ਹੋ ਰਹੀ ਆ, ਉਹ 5 ਸਾਲ ਬਾਅਦ ਹੋਣੀ ਚਾਹੀਦੀ ਆ। ਤੇ ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਵੋਟਾਂ ਪੈਣ, ਉਹਦੇ ਨਾਲ ਹੀ ਜਿਹੜੀ ਦੂਸਰੀ ਵੋਟ ਆ ਉਹ ਜਥੇਦਾਰ ਦੀ ਪਵੇ। ਔਰ ਕਿਉਂਕਿ ਇਹ ਜਿਹੜਾ ਜਥੇਦਾਰ ਸਾਰੀ ਕੌਮ ਦਾ ਜਥੇਦਾਰ ਆ, ਕਿਸੇ ਇੱਕ ਪਾਰਟੀ ਦਾ ਜਥੇਦਾਰ ਨਹੀਂ ਹੈਗਾ, ਚਾਹੇ ਉਹ ਅਕਾਲੀ ਆ, ਚਾਹੇ ਉਹ ਕਾਂਗਰਸੀ ਆ, ਚਾਹੇ ਕਿਸੇ ਹੋਰ ਪਾਰਟੀ ਦਾ ਰਹਿੰਦਾ ਆ, ਉਹ ਜਿਹੜਾ ਵੀ ਸਿੱਖ ਹੈਗਾ ਵਾ ਉਹ ਜਥੇਦਾਰ ਆ। ਇਸ ਕਰਕੇ ਉਹ ਸਾਰੀ ਸੰਸਥਾ ਹੈਗੀ ਅਕਾਲ ਤਖਤ ਦੀ, ਉਹ ਸਾਰੇ ਸਿੱਖਾਂ ਦੇ ਵਾਸਤੇ ਆ। ਤੇ ਉਹਦੀ ਜਿਹੜੀ ਜਥੇਦਾਰੀ ਹੈਗੀ ਆ, ਜਥੇਦਾਰ ਜਿਹੜਾ ਜੀ ਉਹ ਸਿੱਖਾਂ ਦੇ ਦੁਆਰਾ ਹੀ ਚੁਣਿਆ ਜਾਣਾ ਚਾਹੀਦਾ ਆ। ਤੇ ਇਹਦੀ ਮਤਲਬ ਬਕਾਇਦਾ ਇਲੈਕਸ਼ਨ ਹੋਵੇ, ਜਦੋਂ ਸ਼੍ਰੋਮਣੀ ਦੀ ਇਲੈਕਸ਼ਨ ਹੋਣੀ ਆ, ਨਾਲ ਹੀ ਇਹਦੀ ਵੋਟ ਜਿਹੜੀ ਆ, ਦੂਸਰੀ ਵੋਟ ਜਿਹੜੀ ਆ ਉਹ ਪ੍ਰਧਾਨ ਦੀ ਪਵੇ, ਤੇ ਸਾਰੀ ਕੌਮ ਨੂੰ ਮਤਲਬ ਅਧਿਕਾਰ ਹੋਵੇ ਕਿ ਉਹ ਆਪਣਾ ਜਥੇਦਾਰ ਚੁਣੇ ਜੀ। ਥੈਂਕ ਯੂ ਵੈਰੀ ਮਚ। ਮਿਹਰਬਾਨੀ। ਬਲਦੇਵ ਸ਼ੀਨਾ ਜੀ ਕਹਿ ਰਹੇ ਨੇ ਜਿਵੇਂ SGPC
ਚੁਣੀ ਜਾਂਦੀ ਹੈ, ਚੁਣੀ ਹੋਈ ਬਾਡੀ ਆ, ਉਸੇ ਤਰ੍ਹਾਂ ਹੀ ਅਕਾਲ ਤਖਤ ਦਾ ਜਥੇਦਾਰ ਵੀ ਲੋਕਾਂ ਵੱਲੋਂ ਚੁਣਿਆ ਜਾਣਾ ਚਾਹੀਦਾ ਵਾ। ਬੜਾ ਇੰਟਰਸਟਿੰਗ ਵਿਚਾਰ ਆ, ਇਹਦੇ ਬਾਰੇ ਵੀ ਤੁਸੀਂ ਟਿੱਪਣੀ ਕਰ ਸਕਦੇ। ਕਾਕਾ ਬੈਂਸ ਦਾ ਵਿਚਾਰ ਆ ਕਿ ਜੋ ਘਰ ਦਾ ਮੁਖੀ ਹੋਵੇ ਜਾਂ ਮੁਲਕ ਦਾ ਮੁਖੀ ਹੋਵੇ ਜਾਂ ਦੁਨੀਆ ਦਾ ਮੁਖੀ ਹੋਵੇ, ਉਹ ਚੁਣਿਆ ਜਾਂਦਾ ਵਾ, ਇੱਕ ਸਿਸਟਮ ਹੁੰਦਾ ਵਾ। ਉਸੇ ਤਰ੍ਹਾਂ ਹੀ ਇਹਦੇ ਵਾਸਤੇ ਵੀ ਇੱਕ ਸਿਸਟਮ ਬਣਾਉਣ ਦੀ ਲੋੜ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ ਹਾਂਜੀ, ਹਰਦੀਪ ਸਿੰਘ ਸੋਢੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਗੱਲ ਇਹ ਆ ਵੀ ਅੱਜ ਦੀ ਗੱਲ ਨਾ ਤੁਹਾਡੀ ਬਹੁਤ ਜ਼ਿਆਦਾ ਅਹਿਮ ਹੈ। ਸਾਰੀਆਂ ਗੱਲਾਂ ਜ਼ਰੂਰੀ ਹੁੰਦੀਆਂ, ਪਰ ਕੋਈ ਗੱਲ ਆਪਾਂ ਕਿਸੇ ਕਟਾਰੂ ਚੱਕ ਤੇ ਕਰ ਲਈ, ਮਾਣੂਕੇ ਤੇ ਕਰ ਲਈ, ਫਲਾਣਾ, ਏਡੀ ਅਹਿਮਤ ਨਹੀਂ ਦਿੰਦੀਆਂ। ਪਰ ਅੱਜ ਜਿਹੜਾ ਨਾ ਤੁਹਾਡਾ ਬਹੁਤ ਇੱਕ ਵਿਸ਼ੇਸ਼ ਪਹਿਲੂ ਹੈ ਜਿੱਥੇ ਤੁਸੀਂ ਗੱਲ ਕਰ ਰਹੇ ਹੋ, ਔਰ ਇਹਦੇ ਉੱਤੇ ਮੈਂ ਸਮਝਦਾ ਵੀ ਬੜੀ ਚੰਗੀ ਸੁਹਿਰਦਤਾ ਨਾਲ ਆਪਣੇ ਵਿਚਾਰ ਦੇਣ ਦੀ ਲੋੜ ਹੈ ਜੀ। ਵੇਖੋ, ਸਾਨੂੰ ਸਭ ਤੋਂ ਪਹਿਲਾਂ ਜਿਹੜੀ ਵੀ ਅਸੀਂ ਗੱਲ ਕਰਦੇ ਆ ਨਾ, ਉਹਦੇ ਪਿਛੋਕੜ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਜੀ। ਕੋਈ ਵੀ ਅਸੀਂ ਗੱਲ ਕਰਾਂ, ਤੁਹਾਨੂੰ ਤਾਂ ਹੈ ਹੀ ਆ ਜਿਹੜੇ ਪ੍ਰੋਗਰਾਮ ਲੈ ਕੇ ਆਏ ਹੋ, ਮੈਂ ਆਪਣੀ ਗੱਲ ਕਰਦਾ ਜੀ। ਤੇ ਵੇਖੋ, ਜਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਜਿਹੜਾ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ, ਇਹ ਕਦੀ ਅੰਗਰੇਜ਼ਾਂ ਦੇ ਕਬਜ਼ੇ 'ਚ, ਕਦੀ ਮਹੰਤਾਂ ਦੇ 'ਚ, ਕਦੀ ਕਿਸੇ ਦੇ 'ਚ, ਕਦੀ ਕਿਸੇ ਦੇ 'ਚ, ਇਹ ਮਤਲਬ ਬੈਡ ਐਲੀਮੈਂਟਸ ਦੇ ਹੱਥਾਂ 'ਚ ਰਿਹਾ। ਇਹ ਜਦੋਂ 1947 ਤੋਂ ਬਾਅਦ ਮਾਸਟਰ ਤਾਰਾ ਸਿੰਘ ਹੋਣਾ ਦੀ ਤੇ ਸਾਰੇ ਇਹ ਬੰਦੇ ਸੀ ਨਾ ਉਸ ਵੇਲੇ ਜਿਹੜੇ ਜ਼ਿੰਮੇਵਾਰ ਸੀ, ਜਿਨ੍ਹਾਂ ਨੇ 1935 ਵਾਲਾ ਅਕਾਲੀ ਦਲ ਦਾ ਜੋ ਵੀ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਵੀ ਝੱਬਰ ਹੋਰੀ ਤੇ ਤੇਜਾ ਸਿੰਘ ਸਮੁੰਦਰੀ ਤੇ ਹੋਰ ਜਿੰਨੇ ਵੀ ਪੁਰਾਣੇ ਬੰਦੇ ਸੀ, ਇਹ ਗੁਰਮਤਾ ਕਰਿਆ ਕਰਦੇ ਸੀ ਜੀ। ਇਹਦਾ ਨਾਂ ਸੀ ਗੁਰਮਤਾ ਜੀ। ਗੁਰਮਤੇ ਤੋਂ ਬਾਅਦ ਇਹ ਸੱਦਦੇ ਹੁੰਦੇ ਸੀ ਸਿੱਖ ਸੰਮੇਲਨ, ਰਾਈਟ। ਉਹਦੇ ਵਿੱਚ ਫਿਰ ਸਾਰੇ ਜਿਹਨੂੰ ਸਰਬੱਤ ਖਾਲਸਾ ਅਸੀਂ ਕਹਿੰਦੇ ਆ, ਸਰਬੱਤ ਖਾਲਸਾ ਬੁਲਾ ਕੇ ਉਹਦੇ 'ਚ ਫਿਰ ਜਕਾਰਿਆਂ ਦੀ ਗੂੰਜ ਦੇ ਵਿੱਚ ਸਾਰਾ ਜਿਹੜਾ ਸੀ ਨਾ ਇਤਿਹਾਸ ਲਿਖਿਆ ਪੜ੍ਹਿਆ ਜਾਂਦਾ ਸੀ, ਜੋ ਕਾਨੂੰਨ ਬਣਦੇ ਸੀ ਉਹ ਬਣਦੇ ਸੀ। ਹੁਣ ਕਈ ਕਹਿੰਦੇ ਆ ਜੀ ਇਹ ਬਣਾਉਣ ਦਾ ਹੱਕ ਕਿਹਨੂੰ ਆ, ਉਹ ਕਿਹਨੂੰ ਹੈ, ਸਰਬੱਤ ਖਾਲਸਾ ਦੇ ਵਿੱਚੋਂ ਬੰਦੇ ਚੁਗੇ ਜਾਂਦੇ ਸੀ, ਵੋਟਾਂ ਪੈ ਕੇ ਨਹੀਂ ਸੀ ਬਣਦੇ। ਸ਼ੋਰ। ਅੱਛਾ, ਹੁਣ ਮੈਂ ਤੁਹਾਨੂੰ ਇਹ ਦੱਸਾਂ ਵੀ ਦਰਬਾਰ ਸਾਹਿਬ ਜਿਹੜਾ ਹੈ, ਜਿੱਥੋਂ ਕਰਕੇ ਹੁਣ 3 ਪਾਸਿਆਂ ਦੀ ਪਰਿਕਰਮਾ ਤੁਸੀਂ ਮਿਣ ਲਓ, ਤੇ ਦੁੱਖ ਭੰਜਨੀ ਬੇਰੀ ਵਾਲੇ ਪਾਸੇ ਜਿੱਥੇ ਰਾਮਗੜੀਆ ਬੁੰਗਾ ਵਾ, ਉੱਥੋਂ ਤੁਸੀਂ ਮਤਲਬ ਪਰਿਕਰਮਾ ਮਿਣ ਲਓ, ਉਹ ਦੂਜੀ ਨਾਲੋਂ ਤਕਰੀਬਨ 60 ਪੈਸੇ ਆ। ਜੇ ਦੂਜੀ 100% ਹੈ ਤਾਂ ਉੱਥੇ 60% ਆ। ਉਹਦਾ ਇੱਕ ਰੀਜਨ ਹੈ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਬੈਡ ਐਲੀਮੈਂਟਸ ਦੇ ਹੱਥ 'ਚ ਗਿਆ ਦਰਬਾਰ ਸਾਹਿਬ, ਇਹਦੇ ਦੁਆਲੇ ਨਾ ਅਯਾਸ਼ ਬੰਦਿਆਂ ਨੇ ਸਿੱਖੀ ਦੇ ਰੂਪ ਦੇ ਵਿੱਚ ਬੁੰਗੇ ਬਣਾ ਲਏ ਸੀ, ਜਿਨ੍ਹਾਂ ਦੇ ਵਿੱਚ ਇੱਕ ਮਹਾਰਾਜਾ ਪਟਿਆਲੇ ਵਾਲੇ ਦਾ ਵੀ ਬੁੰਗਾ ਹੁੰਦਾ ਸੀ। ਉੱਤੇ ਤੇ ਇਤਿਹਾਸ ਕੱਢੇ ਵੇਖੋ, ਅਜਾਇਬ ਘਰ ਦੇ ਥੱਲੇ ਖੱਬੇ ਪਾਸੇ ਜਿੱਦਾਂ ਪੰਜਾਬ ਐਂਡ ਸਿੰਧ ਬੈਂਕ ਹੁੰਦਾ ਸੀ, ਇੱਥੇ ਬੁੰਗਾ ਹੁੰਦਾ ਸੀ ਪਟਿਆਲੇ ਵਾਲਿਆਂ ਦਾ। ਉਦੋਂ ਆਲੇ ਦੁਆਲੇ ਤਕਰੀਬਨ 60-70-100 ਦੇ ਅੰਦਰ ਪਰ ਕਾਫੀ 50 ਤੋਂ ਉੱਤੇ ਤੇ 100 ਦੇ ਥੱਲੇ ਬੁੰਗੇ ਹੁੰਦੇ ਸੀ। ਬੁੰਗਿਆਂ ਦੇ ਵਿੱਚ ਆਪਣੀ ਮਰਜ਼ੀ ਨਾਲ ਉਹ ਮਹੰਤ ਰਹਿੰਦੇ ਸੀ, ਅਯਾਸ਼ੀਆਂ ਕਰਦੇ ਸੀ, ਫੀਮ ਫੂਮ ਭੰਗ ਭੁੰਗ ਚਲਦੀ ਸੀ। ਕੁਝ ਇੱਕ ਇਤਿਹਾਸਕਾਰ ਤੇ ਸ਼ਰਾਬ ਦਾ ਵੀ ਨਾਂ ਲੈਂਦੇ, ਪਰ ਮੈਂ ਸ਼ਰਾਬ ਨਹੀਂ ਕਹਿਣੀ। ਇਹ ਫਿਰ ਉਦੋਂ ਗੁਰਮਤਾ ਪਿਆ ਤੇ ਮੋਹਨ ਸਿੰਘ ਨਾਗੋਕੇ ਜਦੋਂ ਬਣੇ ਨਾ ਅਕਾਲੀ ਦਲ ਇਹਦੇ ਪ੍ਰਧਾਨ, ਇਹਦੇ ਆਪਣੇ ਇਹਦੇ ਗੁਰਦੁਆਰਾ ਕਮੇਟੀ ਦੇ, ਇਹ ਫਿਰ ਮਾਸਟਰ ਤਾਰਾ ਸਿੰਘ ਨੇ ਸਾਰੇ ਸਿੱਖਾਂ ਨੇ ਕਿਹਾ ਵੀ ਇਹ ਬੁੰਗੇ ਨੂੰ ਹਟਾਓ ਤੇ ਇਹਦੀ ਪਵਿੱਤਰਤਾ ਕਾਇਮ ਰੱਖੋ। ਦੂਜੇ ਬੰਨੇ ਸਾਰੇ ਪਾਸੇ ਪਰਿਕਰਮਾ ਛੋਟੀ ਸੀ ਤੇ ਲੋਕ ਸਰੋਵਰ 'ਚ ਡਿੱਗਣ ਦਾ ਡਰ ਰਹਿੰਦਾ ਸੀ ਮੱਸਿਆ ਸੰਗਰਾਂਦ ਨੂੰ। ਉਹਨਾਂ ਨੇ ਫਿਰ ਮੋਹਨ ਸਿੰਘ ਨਾਗੋਕੇ ਦੀ ਲਾਈ ਡਿਊਟੀ ਤੇ ਉਹਨੇ ਮਹਾਰਾਜੇ ਪਟਿਆਲੇ ਵਾਲੇ ਤੋਂ ਸ਼ੁਰੂ ਹੋ ਕੇ ਤੇ ਸਾਰੇ ਬੁੰਗੇ ਆਲੇ ਦੁਆਲੇ ਹਟਵਾਏ, ਕਿਸੇ ਨੂੰ ਪੈਸੇ ਦੇ ਕੇ, ਕਿਸੇ ਨੂੰ ਪਿਆਰ ਨਾਲ, ਕਿਸੇ ਨੂੰ ਧੱਕੇ ਨਾਲ, ਕਿਸੇ ਨੂੰ ਕਿਵੇਂ। ਇੱਕ ਬੁੰਗਾ ਉੱਥੇ ਰਹਿ ਗਿਆ, ਬਾਬੇ ਖੜਕ ਸਿੰਘ ਕਾਰਸੇਵਾ ਜਿਹੜੇ ਸੀ ਉਸ ਟਾਈਮ ਤੇ, ਉਹਨਾਂ ਨੇ ਕਿਹਾ ਵੀ ਅਸੀਂ ਬੁੰਗਾ ਨਹੀਂ ਪੁੱਟਣਾ, ਲੇਕਿਨ ਅਸੀਂ ਇੱਥੇ ਆਪਣੇ ਬੰਦੇ ਵੀ ਨਹੀਂ ਪਾਉਂਦੇ, ਅਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਬੁੰਗਾ ਕਰ ਦੇਣਾ ਤੇ ਲੇਕਿਨ ਪਰ ਅਸੀਂ ਇੱਟ ਨਹੀਂ ਪੱਟਣ ਦੇਣੀ। ਇਹਨਾਂ ਨੇ ਉਹਦਾ ਸਮਝੌਤਾ ਕਰ ਲਿਆ ਵੀ ਇੱਕ ਤੇ ਲੁੱਕ ਚੰਗੀ ਆ ਇਸ ਬੁੰਗੇ ਦੀ, ਉਹ 2 ਮਨਾਰ ਬਣੇ ਆ, ਦੂਜੇ ਉੱਥੇ ਜਿਹੜਾ ਦਿੱਲੀ ਦਾ ਤਖਤੇ ਤਾਊਸ ਆ ਉਹਦੇ ਵਿੱਚ ਪਿਆ ਵਾ। ਇਹਨਾਂ ਨੇ ਫਿਰ ਉੱਥੋਂ ਪਰਿਕਰਮਾ ਛੋਟੀ ਆ ਤੇ ਉਹ ਰੱਖ ਲਿਆ। ਇਹ ਸਾਰਾ ਕੁਝ ਮਤਲਬ ਇਹ ਮੈਂ ਤੁਹਾਨੂੰ ਕਹਾਣੀ ਸਾਰਾ ਵਾਰਤਾਲਾਪ ਤਾਂ ਸੁਣਾਇਆ ਵੀ ਸਿੱਖਾਂ ਦੀ ਉੱਤੇ ਉਦੋਂ ਕੋਈ ਵੋਟਾਂ ਪਾਈਆਂ ਦਾ ਕੋਈ ਬੰਦਾ ਨਹੀਂ ਸੀ ਹੁੰਦਾ। ਗੁਰਮਤਾ ਤੇ ਗੁਰਮਤੇ ਤੋਂ ਬਾਅਦ ਵੋਟਿੰਗ ਸਿਸਟਮ, ਸੋਢੀ ਸਾਹਿਬ, ਵੋਟਿੰਗ ਸਿਸਟਮ ਕਦੋਂ ਤੋਂ ਲਾਗੂ ਹੋਇਆ ਫਿਰ?
ਜਦੋਂ ਤੋਂ ਇਹਨਾਂ 1955 ਦੇ ਵਿੱਚ ਜਦੋਂ ਇਹਨਾਂ ਨੇ ਕਿਹਾ ਨਾ ਪੰਜਾਬੀ ਸੂਬਾ ਸਾਨੂੰ ਚਾਹੀਦਾ, ਉਦੋਂ ਸੈਂਟਰ ਜਿਹੜਾ 1925 ਦੇ ਵਿੱਚ ਇਹ ਲਿਖਿਆ ਗਿਆ ਸੀ ਨਾ ਮੁਆਹਦਾ, ਇਹਦੇ ਜਵਾਹਰ ਲਾਲ ਨਹਿਰੂ ਦੇ ਤੇ ਦੂਜੇ ਤੁਹਾਡੇ ਕੀ ਨਾਮ ਹੈ ਮਾਸਟਰ ਤਾਰਾ ਸਿੰਘ ਦੇ ਵਿਚਕਾਰ, ਉਹਦੀਆਂ ਮੱਦਾਂ ਦੇ ਤਹਿਤ ਇਹਨਾਂ ਨੇ ਉਸ ਤੋਂ ਬਾਅਦ ਚ ਫਿਰ VOTING ਦਾ ਕੰਮ ਕੀਤਾ। ਸੋ ਤੁਹਾਡਾ ਹੁਣ ਕੀ ਮਤਲਬ ਹੈ ਵੀ ਹੁਣ ਇਹ VOTING ਸਿਸਟਮ ਫਿਰ ਖਤਮ ਕਰਤਾ ਜਾਵੇ ਔਰ ਸਰਬੱਤ ਖਾਲਸਾ ਹੀ ਸੱਦਿਆ ਜਾਵੇ, ਪਰ ਉਹ ਹੁਣ ਇਸ ਵੇਲੇ ਸਰਬੱਤ ਖਾਲਸਾ ਦੇ ਰੌਲਾ ਪੈ ਜਾਵੇ ਹਰ ਵਾਰੀ? ਫਿਰ ਨਹੀਂ, VOTING ਸਿਸਟਮ ਖਤਮ ਨਹੀਂ ਹੋਣਾ, ਕਿਉਂਕਿ ਜਿਹੜਾ ਸਰਬੱਤ ਖਾਲਸਾ 2015 ਚ ਸਿਮਰਨਜੀਤ ਸਿੰਘ ਨੇ ਮਾਨ ਨੇ ਸੱਦ ਕੇ ਜਿਹੜੀ ਉਹ ਸੇਹ ਦਾ ਤਕਲਾ ਗੱਡ ਦਿੱਤਾ ਵੀ 5 ਜਥੇਦਾਰ ਮਤਵਾਜੀ ਬਣਾਤੇ ਆ, ਉਹੋ ਜਿਹੇ ਹੁਣ ਸਰਬੱਤ ਖਾਲਸੇ ਨਹੀਂ ਹੋਣੇ। VOTING ਵੀ ਤੇ ਸਰਬੱਤ ਖਾਲਸਾ ਵੀ ਦੋਵੇਂ ਚੀਜ਼ਾਂ ਹੋਣਗੀਆਂ। ਹੁਣ ਅਗਲੀ ਗੱਲ ਤੁਸੀਂ ਸੁਣ ਲਓ ਵੀ ਜਦੋਂ ਪਹਿਲੋਂ ਤੇ ਬਾਦਲਾਂ ਦਾ ਸੀ ਨਾ ਵੀ ਪੰਜਾਬ ਛੋਟਾ ਕਰਾ ਲਓ ਤੇ ਅਸੀਂ ਮੁੱਖ ਮੰਤਰੀ ਬਣਿਆ ਕਰਾਂਗੇ, ਤੇ 1969 ਦੇ ਵਿੱਚ ਜਿਸਲੇ 500 ਸਾਲਾ ਆਇਆ ਤੇ 50 ਕਾਲਜ ਸ਼੍ਰੋਮਣੀ ਕਮੇਟੀ ਨੇ ਮਨਜ਼ੂਰ ਕੀਤੇ, ਤੇ ਨਾਲ ਇਹਨਾਂ ਨੇ ਕਿਹਾ ਵੀ ਅਸੀਂ ਇੱਥੇ ਖਾਲਸਾ ਕਾਲਜ ਦੀ ਜਿਹੜੀ 700 ਕਿੱਲਾ ਜ਼ਮੀਨ ਆ ਜੋ 300 ਕਿੱਲਾ ਦੇ ਕੇ ਤੇ ਅਸੀਂ ਇੱਥੇ ਬਣਾਵਾਂਗੇ ਯੂਨੀਵਰਸਿਟੀ। ਇਹ ਫਿਰ ਜਿਹੜੀ ਲਾਲਾ ਜਗਤ ਨਾਰਾਇਣ ਕੰਪਨੀ ਤੇ ਜਗਦੱਤ ਸ਼ਰਮਾ ਗੁਰਦਾਸਪੁਰ ਵਾਲੇ ਤੇ ਜਿਹੜੀਆਂ ਅੰਮ੍ਰਿਤਸਰ ਤੇ ਲੁਧਿਆਣੇ ਦੀਆਂ ਜਿਹੜੀਆਂ ਸੀ ਨਾ ਇਹ ਜਨਸੰਘੀ, ਇਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਥੇ ਬਣਨ ਨਹੀਂ ਦੇਣੀ, ਮਤਲਬ ਗੁਰੂ ਨਾਨਕ ਯੂਨੀਵਰਸਿਟੀ ਨਾਂ ਸੁਧਾਇਆ ਗਿਆ। ਮੁੜ ਕੇ ਉਹਨਾਂ ਇੰਨਾ ਘੜੇਚ ਡਾਲਿਆ ਵੀ ਗੁਰੂ ਨਾਨਕ ਦੇਵ ਰੱਖੋ, ਦੇਵ ਉਹਨਾਂ ਨੇ ਵਿੱਚ ਫਸਾਤਾ। ਅੱਛਾ, ਫਿਰ ਕੀ ਹੋਇਆ ਵੀ ਬਾਦਲ ਸਾਹਿਬ ਨੂੰ ਪਤਾ ਲੱਗਾ ਵੀ ਇਹ ਤਾਂ ਸਿਆਪਾ ਫੇਰ ਮੇਰੇ ਗੱਲ ਉਹੀ ਰਿਹਾ। ਇਹਨਾਂ ਨੇ ਫਿਰ ਜਿਹਲੇ ਲਛਮਣ ਸਿੰਘ ਗਿੱਲ ਤੋਂ ਬਾਅਦ ਜਦੋਂ ਇੱਕ ਸਰਕਾਰ ਹੋਰ ਬਣ ਕੇ ਟੁੱਟੀ ਤੇ ਇਹਨਾਂ ਨੇ ਫਿਰ ਜਦੋਂ ਇਹ 70 ਦੇ ਵਿੱਚ ਮੁੱਖ ਮੰਤਰੀ ਬਣੇ ਨਾ, ਇਹਨਾਂ ਨੇ ਫਿਰ ਭਾਜਪਾ ਦੀ ਮਦਦ ਲੈ ਲਈ। ਫਿਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਭਾਜਪਾ ਤੋਂ ਬਗੈਰ ਸਾਡੀ ਗੱਡੀ ਨਹੀਂ ਚੱਲਣੀ। ਫਿਰ ਇਹਨਾਂ ਨੇ 1975 ਦੇ ਵਿੱਚ ਬਿਨਾਂ ਮੰਗਿਆ ਸਾਥ ਦੇ ਕੇ ਭਾਜਪਾ ਦਾ, ਮੋਦੀ ਉਦੋਂ ਸਿੱਖ ਬਣ ਕੇ ਪੰਜਾਬ 'ਚ ਲੁਕਿਆ ਰਿਹਾ, ਇਹਨਾਂ ਨੇ ਸਾਰਾ ਆਪਣੇ ਹੱਥ ਵੱਢ ਕੇ ਭਾਜਪਾ ਨੂੰ ਦੇ ਦਿੱਤੇ ਵੀ ਸਾਡੀ ਸਰਕਾਰ ਬਣਾ ਦਿਓ ਤੇ ਸ਼੍ਰੋਮਣੀ ਕਮੇਟੀ 'ਚ ਜੋ ਦਿਲ ਕਰਦਾ ਲੈ ਜਾਓ, ਜਿਹੜੀ ਕਿਤਾਬ ਚਾਹੀਦੀ ਲੈ ਜਾਓ, ਜਿਹੜੀ ਕਿਤਾਬ ਦੇ ਵਿੱਚ ਜੋ ਲਿਖਣਾ ਅਮੈਂਡ ਕਰ ਜਾਓ। ਤੇ ਬੇੜਾ ਨਿਭਾਇਆ ਬਾਦਲ ਦੇ ਲਾਲਚ ਨੇ। ਲੰਬੀ ਗੱਲ ਹੋ ਰਹੀ ਆ, ਹੁਣ ਆਪਾਂ ਹੁਣ ਕੀ ਕਰਨਾ ਚਾਹੀਦਾ? ਹੁਣ ਅੱਧੇ ਮਿੰਟ ਦੇ ਵਿੱਚ ਇਹਦੇ ਬਾਰੇ ਗੱਲ ਕਰੋ। ਅੱਧੇ ਮਿੰਟ ਦੇ ਵਿੱਚ ਇਹ ਵੀ ਬੰਦੇ ਚੁਣ ਕੇ ਸਾਫ਼ ਸੁਥਰੀ ਛਵੀ ਵਾਲੇ ਆਉਣ, ਸਾਫ਼ ਸੁਥਰੀ ਛਵੀ ਵਾਲੇ ਬੰਦੇ ਅੱਗੇ ਲਿਆਂਦੇ ਜਾਣ। ਓਕੇ, ਚੋਣ ਹੋਣੀ ਚਾਹੀਦੀ ਆ ਪਰ ਉਹਦੇ 'ਚ ਸਾਫ਼ ਸੁਥਰੀ ਛਵੀ ਵਾਲੇ ਬੰਦੇ ਆਉਣ। ਇੱਕ ਸੁਝਾਅ ਪਹਿਲੋਂ ਆਇਆ ਸੀ ਕਿ ਜਿਹੜੇ ਬੰਦੇ ਕਿਸੇ ਪਾਰਟੀ ਨਾਲ ਸੰਬੰਧਿਤ ਨੇ ਉਹ ਸ਼ਾਇਦ SGPC ਦੀਆਂ ਚੋਣਾਂ ਉਹਨਾਂ ਨੂੰ ਨਹੀਂ ਲੜਨੀਆਂ ਚਾਹੀਦੀਆਂ, ਸ਼ਾਇਦ ਉਹਨਾਂ ਨੂੰ ਆਪਾਂ ਸਾਫ਼ ਸੁਥਰੀ ਵਾਲੇ ਕਹਿ ਸਕਦੇ ਹਾਂ, ਸਾਫ਼ ਸੁਥਰੀ ਛਵੀ ਵਾਲੇ ਬੰਦੇ ਕਹਿ ਸਕਦੇ ਹਾਂ। ਬੜੀ ਇੰਟਰਸਟਿੰਗ ਡਿਬੇਟ ਹੈ ਔਰ ਬੜੀ ਚੰਗੀ ਜਾਣਕਾਰੀ ਵੀ ਸਾਡੇ ਸਾਹਮਣੇ ਆ ਰਹੀ ਆ। ਕਈ ਵਾਰ ਕਈ ਕਾਲਰਸ ਜਿਹੜੇ ਨੇ ਉਹ ਬੜੀ ਪੁਰਾਣੇ ਇਤਿਹਾਸ ਦੀ ਗੱਲ ਕਰਦੇ, ਸੋ ਕਾਲ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਆ। ਮੇਰੀ ਥੋੜ੍ਹੀ ਜਿਹੀ ਗੁਜ਼ਾਰਿਸ਼ ਆ ਕਿ ਆਪਾਂ ਕਾਲ ਥੋੜ੍ਹੀ ਜਿਹੀ ਛੋਟੀ ਰੱਖੀਏ। ਮੀਨਵਾਈਲ ਗੁਲਿੰਦਰ ਗਿੱਲ, ਕਾਕਾ ਬੈਂਸ ਹੋਰਾਂ ਦੇ ਵੀ ਵਿਚਾਰ ਜਿਹੜੇ ਨੇ ਉਹ ਵੀ ਤੁਸੀਂ ਫੇਸਬੁੱਕ ਦੇ ਉੱਪਰ ਦੇਖ ਸਕਦੇ ਜੇ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ ਵੀਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਅਮਰੀਕ ਸਿੰਘ ਜੀ ਮਿਸ਼ੀਗਨ ਤੋਂ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ। ਹਾਂ ਵੀਰ ਜੀ, ਅੱਜ ਦਾ ਜਿਹੜਾ ਤੁਸੀਂ ਮੁੱਦਾ ਇਹ ਬਹੁਤ ਮਹੱਤਵਪੂਰਨ ਤੇ ਗੰਭੀਰ ਹੈ, ਪਰ ਜਦੋਂ ਇਹ ਜਥੇਦਾਰ ਬਦਲੇ ਜਾਂਦੇ ਆ ਉਦੋਂ ਹੀ ਇਹ ਮਤਲਬ ਥੋੜੇ ਦਿਨ ਇਹ ਚਰਚਾ 'ਚ ਰਹਿੰਦਾ, ਫੇਰ ਠੰਡੇ ਬਸਤੇ ਪਾਇਆ ਜਾਂਦਾ ਜੀ। ਤੇ ਬਾਕੀ ਦੇਖੋ ਇਸ ਮੁੱਦੇ ਤੇ ਸਾਰਿਆਂ ਨੂੰ ਰਲ ਕੇ, ਜਿਵੇਂ ਪਹਿਲੇ ਕਾਲਰ ਵੀ ਸਾਰੇ ਆਪਣੇ ਵਿਚਾਰ ਦੇ ਕੇ ਗਏ ਆ, ਇੱਕ ਮਤਲਬ ਨਿਰੋਲ ਜਿਹੜਾ ਧਾਰਮਿਕ ਬੰਦਾ ਹੋਵੇ ਉਹ ਸਾਰਿਆਂ ਨੂੰ ਪ੍ਰਵਾਨਿਤ ਹੋਵੇ, ਉਹ ਜਿਹੀ ਜਿਹੜੇ ਸ਼ਖਸੀਅਤ ਦੀ ਲੋੜ ਹੈਗੀ ਆ, ਜਿਹੜਾ ਕਿਸੇ ਵੀ ਪਾਰਟੀ ਦੇ ਨਾਲ ਰਲ ਕੇ ਕਿਸੇ ਦਾ ਪੱਖਪਾਤ ਕਰਕੇ ਨਾ ਚੱਲੇ ਜੀ। ਦੇਖੋ ਇੱਧਰ ਪੋਪ ਦੀ ਚੋਣ ਹੁੰਦੀ ਆ, ਉਹਦੇ ਵਿੱਚ ਕਿੱਡਾ ਵੱਡਾ ਪ੍ਰੋਸੈਸ ਹੈਗਾ, ਉਹਨੂੰ ਫਾਲੋ ਕਰਿਆ ਜਾਂਦਾ। ਨਾਂ ਆਉਂਦੇ ਆ, ਪਹਿਲਾਂ ਪੈਨਲ ਬਣਦਾ, ਉਹ ਫਿਰ ਸਾਰੇ ਉਹਦੇ ਵਿਚਾਰ ਕਰਦੇ ਆ, ਉਹਦੀ ਜਿਹੜੀ ਗਿਆਨ ਆ ਉਹਦਾ ਵੀ ਸਾਰਾ ਦੇਖ ਕੇ ਉਹ ਸਾਰਾ ਮਤਲਬ ਕਰਦੇ ਆ। ਪਰ ਦੇਖੋ ਇਹ ਪਿਛਲੇ 2-3 ਦਹਾਕਿਆਂ ਤੋਂ ਇਹ ਜ਼ਿਆਦਾ ਗਿਰਾਵਟ ਆਈ ਆ, ਪਰ ਸਿੱਖ ਜਿਹੜੇ ਆਪਣੇ ਸਿੱਖਾਂ ਨੂੰ ਸਿਰ ਜੋੜ ਕੇ ਜ਼ਰੂਰ ਇਹ ਮਤਲਬ ਇੱਕ ਵਿਧੀ ਵਿਧਾਨ ਬਣਾਉਣਾ ਚਾਹੀਦਾ, ਜਿਹਦੇ ਨਾਲ ਇੱਕ ਧਾਰਮਿਕ ਵਿਅਕਤੀ ਦੇ ਇਨਸਾਨ ਨੂੰ ਇਸ ਸਰਮੋਸ ਸੰਸਦ ਦਾ ਸੇਵਾ ਦੇਈ ਜਾਵੇ। ਧੰਨਵਾਦ ਵੀਰ ਜੀ। ਮਿਹਰਬਾਨੀ ਅਮਰੀਕ ਸਿੰਘ ਜੀ। ਸਾਰੇ ਸਿੱਖਾਂ ਨੂੰ ਸਿਰ ਜੋੜ ਕੇ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਵਾ ਕਿ ਕਿਹੜੇ ਬੰਦੇ ਨੂੰ ਇਸ ਅਹੁਦੇ ਤੇ ਬਿਠਾਉਣਾ ਚਾਹੀਦਾ ਵਾ। ਮੀਨਵਾਈਲ ਗੁਲਿੰਦਰ ਗਿੱਲ ਹੁਣਾਂ ਦਾ ਕਮੈਂਟ ਆਇਆ ਵਾ ਕਿ ਜਥੇਦਾਰਾਂ ਦਾ ਹੋਣਾ ਜ਼ਰੂਰੀ ਹੈ ਕੌਮ ਨੂੰ ਸੇਧ ਦੇਣ ਵਾਸਤੇ। ਜਥੇਦਾਰ ਚੁਣਨ ਦੀ ਪ੍ਰਕਿਰਿਆ ਹੋਰ ਹੋ ਸਕਦੀ ਹੈ, ਪਰ ਅੱਜ ਦੇ ਸਮੇਂ 'ਚ ਜੇ ਬਾਦਲ ਪਰਿਵਾਰ ਮਗਰ ਹਟ ਜੇ ਬਾਦਲ ਪਰਿਵਾਰ ਮਗਰ ਹਟ ਜੇ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ
ਇਸ ਨਾਲ ਪੰਜਾਬ ਦੀਆਂ ਬਹੁਤ ਮੁਸ਼ਕਲਾਂ ਹੱਲ ਹੋ ਸਕਦੀਆਂ ਵਾ ਜੇ ਉਹ ਪ੍ਰਧਾਨਗੀ ਤੋਂ ਪਿੱਛੇ ਹਟ ਜਾਣ ਬਾਦਲ ਪਰਿਵਾਰ। ਸੁਖਦੀਪ ਸਰਾਂ ਕਹਿ ਰਹੇ ਨੇ ਕਿ ਪੰਜਾਬ ਦੇ 24 ਆਦਰਸ਼ ਸਕੂਲ PPP ਦਰਜ ਸੀ। CM ਸਰਦਾਰ ਭਗਵੰਤ ਸਿੰਘ ਮਾਨ ਜੀ 10 ਸਾਲਾ ਪਾਲਿਸੀ ਵਿੱਚ ਸ਼ਾਮਲ ਕਰਕੇ ਨੌਕਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਫੁੱਲ ਪੇ ਗ੍ਰੇਡ ਦਿੱਤਾ ਜਾਵੇ। ਸੁਖਦੀਪ ਸਰਾਂ ਜੀ, ਇਹ ਵੱਖਰਾ ਮਸਲਾ ਵਾ, ਆਪਾਂ ਅੱਜ ਗੱਲ ਕਰ ਰਹੇ ਹਾਂ ਬਹੁਤ ਅਹਿਮ ਮਸਲੇ ਦੀ, ਉਹ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਔਰ ਹਟਾਉਣ ਦੇ ਸਿਸਟਮ ਦੀ। ਇਹਦੇ ਬਾਰੇ ਆਦਰਸ਼ ਸਕੂਲਾਂ ਬਾਰੇ ਆਪਾਂ ਫਿਰ ਕਿਸੇ ਦਿਨ ਗੱਲ ਕਰ ਲਾਂਗੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਫਲਾਇੰਗ ਅਫਸਰ ਮੇਜਰ ਸਿੰਘ ਕੈਨੇਡਾ ਤੋਂ। ਜੀ ਮੇਜਰ ਸਿੰਘ ਜੀ। ਸੰਧੂ ਸਾਹਿਬ, ਪਹਿਲੀ ਗੱਲ ਤਾਂ ਜਿਹੜੇ ਗਿਆਨੀ ਹਰਪ੍ਰੀਤ ਨੂੰ ਤੁਸੀਂ ਕਹਿੰਦੇ ਹੋ ਵੀ ਉਹਨੇ ਰਿਜ਼ਾਈਨ ਕੀਤਾ, ਆਈ ਡੋਂਟ ਥਿੰਕ ਉਹਨੂੰ ਕੱਢਿਆ ਗਿਆ। ਅੱਛਾ। ਕਿਉਂ ਮੇਰੇ ਤੋਂ ਪਹਿਲਾਂ ਕਰ ਰਹੇ, ਪਹਿਲਾਂ ਹੀ 4-5 ਰੀਜ਼ਨ ਦੇਤੇ ਨੇ ਕਿਉਂ ਬਾਹਰ ਕੱਢਿਆ। ਜੀ। ਦੂਸਰੀ ਗੱਲ ਇਹ ਹੈ ਵੀ ਜਿਹੜੀ ਆਪਾਂ ਕਹਿੰਦੇ ਹਾਂ ਅਕਾਲ ਤਖਤ ਦਾ ਜਥੇਦਾਰ, ਹੁਣ ਜੇ ਆਪਾਂ ਜਿੰਨਾ ਚਿਰ ਇਹ ਬਾਦਲਾਂ ਦੇ ਹੱਥ 'ਚ ਉਹਨਾਂ 'ਚ ਅਕਾਲ ਤਖਤ ਦਾ ਜਥੇਦਾਰ ਨਹੀਂ ਹੈ, ਇਹ ਅਕਾਲ ਤਖਤ ਦਾ ਉਹਨਾਂ ਬਾਦਲਾਂ ਦਾ ਯੂ ਕੈਨ ਸੇ ਓਨਲੀ ਸੇਵਾਦਾਰ, ਖਿਡੌਣਾ ਬਟਾਈ ਬਣਾ ਕੇ ਰੱਖਿਆ ਇਹਨਾਂ ਨੇ। ਓਕੇ। ਜੋ ਮਰਜ਼ੀ ਕਰਾਉਂਦੇ ਨੇ ਉਹਨਾਂ ਤੋਂ। ਜੀ। ਜਿਹੜਾ ਇਹਨਾਂ ਦੀ ਕਹਿਣਾ ਨਹੀਂ ਮੰਨਦਾ ਉਹ ਜਦ ਜਥੇਦਾਰ ਨੂੰ ਹਟਾ ਦਿੰਦੇ ਨੇ ਜਾਂ ਉਹਨੂੰ ਬਣਾਉਂਦੇ ਹੀ ਨਹੀਂ ਹੈਗੇ। ਰਾਈਟ। ਹਾਂਜੀ, ਇਹ ਤੋਂ ਚੰਗਾ ਇਹ ਹੈ ਵੀ ਜਿੰਨਾ ਚਿਰ ਬਾਦਲਾਂ ਦੇ ਹੱਥ ਵਿੱਚ ਗੁਰਦੁਆਰੇ ਦਾ ਪ੍ਰੋਗਰਾਮ ਆ ਉਹਨਾਂ ਚਿਰ ਅਕਾਲ ਤਖਤ ਤੇ ਜਥੇਦਾਰ ਲਾਉਣ ਹੀ ਨਾ। ਓਕੇ, ਸੋ ਬਾਦਲਾਂ ਨੂੰ ਪਹਿਲਾਂ ਹਟਾਇਆ ਜਾਵੇ, ਬਾਦਲਾਂ ਨੂੰ ਹਟਾਇਆ ਜਾਵੇ, ਇਹ ਜ਼ਰੂਰੀ ਹੈ। ਮਿਹਰਬਾਨੀ, ਥੈਂਕ ਯੂ ਮੇਜਰ ਸਿੰਘ ਜੀ। ਕਾਫੀ ਕਾਲਰ ਹੋਰ ਜੁੜੇ ਹੋਏ ਨੇ, ਸੌਰੀ ਮੈਂ ਤੁਹਾਡੀ ਕਾਲ ਵਿੱਚ ਕੱਟ ਰਿਹਾ ਵਾਂ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ। ਹੈਲੋ ਭਾਈ ਸਾਹਿਬ, ਤੁਸੀਂ ਔਨ 에ਅਰ ਜੇ ਜੀ। ਹਾਂਜੀ ਹਾਂਜੀ, ਸੇਖੋ ਸਾਹਿਬ। ਵਾਹਿਗੁਰੂ ਖਾਲਸਾ ਵਿੱਚ ਫਤਿਹ ਜੀ। ਆਪਣੇ ਸੰਧੂ ਸਾਹਿਬ ਆਪ ਜੀ ਨੂੰ ਤੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੇਖੋ ਸਾਹਿਬ। ਇਹ ਭਾਈ ਸਾਹਿਬ ਨੇ ਪਹਿਲੇ ਵੀ ਦੱਸਿਆ ਵੀ ਇਹ ਇਹਨਾਂ ਨੇ ਬਾਦਲਾਂ ਨੇ ਕੱਢਿਆ ਕਿਉਂਕਿ ਇਹਨਾਂ ਦੀਆਂ ਗੱਲਾਂ ਨੂੰ ਉਹ ਇਗਨੋਰ ਕੀਤਾ। ਇੱਕ ਤਾਂ ਉਹ ਰਾਹੁਲ ਕਰਦੇ ਗਿਆ ਪ੍ਰੋਗਰਾਮ ਤੇ, ਇੱਕ ਥੋੜਾ ਜਿਹਾ ਇਹ ਕਹਿੰਦਾ ਜੀ ਇਕੱਠੇ ਹੋ ਜਾਓ। ਬਾਦਲੋਂ ਵੀ ਇਕੱਠੇ ਨਹੀਂ ਹੋਣਾ ਚਾਹੁੰਦੇ, ਤਾਂ ਕਹਿੰਦੇ ਅਸੀਂ ਹੁਣ ਕੀ ਕੀਤਾ ਜਾਵੇ, ਹੁਣ ਕੀ ਕੀਤਾ ਜਾਵੇ ਸੇਖੋ ਸਾਹਿਬ, ਹੁਣ ਕੀ ਕੀਤਾ ਜਾਵੇ? ਹੁਣ ਐਵੇਂ ਆ ਜੀ, ਜਿਵੇਂ ਇੱਕ ਸਾਥੀ ਨੇ ਕਿਹਾ ਸੀ ਵੀ ਆਪਾਂ ਨੂੰ ਜਿਹੜੀਆਂ ਜਨਰਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਂਦੀਆਂ ਉਹਦੇ ਨਾਲ ਹੀ ਇਹਨਾਂ ਨੂੰ ਵੀ ਚੁਣਿਆ ਜਾਵੇ, ਕਿਉਂਕਿ ਸਾਰੀ ਇੱਕ ਬੰਦਾ ਚੁਣੇ ਤੇ ਮੁੜ ਕੇ ਜੇ ਕੋਈ ਹਵੀ ਨਵੀ ਹੋ ਜਾਏ ਤਾਂ ਫਿਰ ਵੀ ਇਹ ਵੋਟਾਂ ਨਾਲ ਵੋਟਾਂ ਥੱਲੇ ਪੈਣ ਤੇ ਤਾਂ ਨਾ ਹੋਵੇ। ਨਹੀਂ ਫਿਰ ਸਿੱਖ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਆ ਉਹਨਾਂ ਦੀਆਂ ਵੋਟਾਂ ਤੇ ਸ਼੍ਰੋਮਣੀ ਕਮੇਟੀ ਦੀ ਵੋਟ 5 ਪਿਆਰਿਆਂ ਦੀ ਵੋਟ ਐ ਕਰਕੇ ਕੋਈ ਪੈਨਲ ਬਣਾਇਆ ਜਾਵੇ। ਧੰਨਵਾਦ। ਮਿਹਰਬਾਨੀ। ਜਾਂ ਡਾਇਰੈਕਟਲੀ ਲੋਕੀ ਚੁਣਨ, ਇਹ ਸਿੱਖ ਸਭਾ ਦਾ ਵਿਚਾਰ ਹੈ, ਜਾਂ ਕੋਈ ਪੈਨਲ ਬਣਾਇਆ ਜਾਵੇ ਜਿਹੜੇ ਇਹਨਾਂ ਨੂੰ ਨਿਯੁਕਤ ਕਰਨ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਸੰਧੂ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਗਟ ਬਾਲ ਜੀ। ਗੱਲ ਇਹ ਹੈ ਜੀ, ਪਹਿਲਾਂ ਸਰਬਰਾਹ ਬਣਾਉਣੇ ਸ਼ੁਰੂ ਕਰਤੇ ਅੰਗਰੇਜ਼ਾਂ ਨੇ ਆਪਣੀ ਵਰਤਦੇ ਰਹੇ, ਮੁੜ ਕੇ ਇਹਨਾਂ ਅਕਾਲੀ ਪਾਰਟੀ ਆ ਗਈ ਜੀ, ਇਹਨਾਂ ਜਥੇਦਾਰਾਂ ਦਾ ਰੂਪ ਦੇ ਦਿੱਤਾ। ਤੇ ਇੱਕ ਜਥੇਦਾਰ ਇਹੋ ਜਿਹਾ ਵੀ ਹੋਇਆ ਜਦੋਂ ਸਾਰੇ ਕਈ ਅਕਾਲੀ ਦਲ ਬਣ ਗਏ ਤੇ ਜਥੇਦਾਰ ਨੇ ਹੁਕਮ ਕੀਤਾ ਵੀ ਤੁਸੀਂ ਸਾਰੇ ਭੰਗ ਕਰਕੇ ਅਸਤੀਫੇ ਦੇ ਗਿਆ, ਉਹਦੇ ਇੱਕੋ ਇਕੱਠੇ ਹੋ ਜੀ। ਤੇ ਸਾਰਿਆਂ ਜਿਹੜੇ ਪ੍ਰਧਾਨ ਬਣੇ ਸੀ ਉਹਨਾਂ ਨੇ ਆਪਣੇ ਆਪਣੇ ਭੰਗ ਕਰਤੇ ਤੇ ਬਾਦਲ ਸਾਹਿਬ ਨੇ ਨਾਂ ਦਿੱਤਾ ਤੇ ਉਹਨੂੰ ਅਕਾਲ ਤਖਤ ਤੇ ਸੱਦ ਲਿਆ ਜਥੇਦਾਰ ਸਾਹਿਬ ਨੇ। ਤੇ ਜਥੇਦਾਰ ਨੂੰ ਉਹਦੇ ਕਰਿੰਦਿਆਂ ਨੇ ਆਣ ਕੇ ਬਾਦਲ ਦੇ ਜਿਹੜੇ ਸੱਜੇ ਖੱਬੇ ਰਹੇ ਸਾਰੀ ਸਿਆਸਤ ਚ ਨਾਲ ਜਿੰਨੇ ਵੀ ਸੀ, ਉਹਨਾਂ ਕਿਹਾ ਵੀ ਉਹ ਵਾਪਸ ਲੈ, ਬਾਦਲ ਨੂੰ ਨਹੀਂ, ਉਹਨੇ ਅਸਤੀਫਾ ਨਹੀਂ ਦੇਣਾ। ਤੇ ਉਹ ਆਂਦਾ ਇਹ ਹੋ ਨਹੀਂ ਸਕਦਾ ਤੇ ਮੁੜ ਕੇ ਉਹਦੇ ਗਲ ਪੈ ਗਏ ਜਾਂ ਕੀ ਹੋਇਆ, ਉਹਨੂੰ ਬਾਥਰੂਮ ਚ ਬੰਦ ਹੋਣਾ ਪਿਆ, ਭੱਜ ਕੇ ਸਾਫ ਕੀਤੀ ਉਹਦੀ। ਅੱਛਾ, ਓਕੇ। ਤੇ ਇਹਦੇ ਜਥੇਦਾਰ ਤੇ ਬਣ ਗਏ ਭਿੱਜੀ ਬਿੱਲੀ। ਤੇ ਜੇ ਜਥੇਦਾਰ ਦਾ ਇਹਨਾਂ ਕਦਰ ਨਹੀਂ ਪਾਇਆ ਤੇ ਇਹ ਵੀ ਤੇ 2-3 ਸੀਟਾਂ ਤੇ ਆ ਗਏ ਆ। ਰਾਈਟ, ਬਿਲਕੁਲ ਠੀਕ ਹੈ। ਜਥੇਦਾਰ ਹੁੰਦਾ ਸੀਗਾ ਜਥੇਦਾਰ ਸਰੈਣ ਸਿੰਘ ਮਜੀਠਾ, ਮੇਰੀ ਵਾਈਫ ਦੇ ਦਾਦਾ ਜੀ। ਅੱਛਾ ਜੀ। ਤੇ ਮਜੀਠੇ ਦੀਆਂ ਜਦੋਂ ਰੌਲੇ ਰਾਲੇ ਪੈਂਦੇ ਹੁੰਦੇ ਸੀ ਤੇ ਉਹਨਾਂ ਆਖਿਆ ਵੀ ਆਪਣੇ ਆਪਣੇ ਦਰਵਾਜ਼ੇ ਲਾ ਲਓ, ਲੁੱਟਾਂ ਖੋਹਾਂ ਵਾਲਿਆਂ ਤੋਂ ਬਚ ਜਾਵਾਂਗੇ। ਤੇ ਜਥੇਦਾਰ ਹੁਣ ਆਖਿਆ ਵੀ ਜੇ ਜਥੇਦਾਰ ਨੂੰ ਹੀ ਖਤਰਾ ਹੋ ਗਿਆ, ਜਥੇਦਾਰ ਕਹਦਾ ਤੇ ਮੈਂ ਦਰਵਾਜ਼ਾ ਨਹੀਂ ਲਾਉਣਾ। ਤੇ ਉਹਨਾਂ 3-4 ਗੁਰੂ ਕੇ ਬਾਗ ਦੇ ਮੋਰਚੇ 'ਚ ਕੈਦਾਂ ਕੱਟੀਆਂ
ਘਰਾਂ ਦੀਆਂ ਕੁਰਕੀਆਂ ਕਰਾਈਆਂ। ਅੱਜ ਕੱਲ੍ਹ ਆਂਦੇ ਤਨਖਾਹ ਲੱਗਣੀ ਚਾਹੀਦੀ ਜਥੇਦਾਰ ਦੀ। ਉਹ ਜਥੇਦਾਰ ਹੀ ਕਹਦਾ ਹੋਇਆ ਜਿਹੜਾ ਤਨਖਾਹੀਆ ਹੋ ਗਿਆ। ਉਹਦੇ ਇਜਾਜ਼ਤ ਹੋਣੀ ਚਾਹੀਦੀ ਆ ਤੇ ਇਜਾਜ਼ਤ ਇਹਨਾਂ ਰਹਿਣ ਨਹੀਂ ਦਿੱਤੀ। ਜੇ ਰਹਿਣ ਨਹੀਂ ਦਿੱਤੀ ਤੇ ਤੁਹਾਨੂੰ ਦੱਸਿਆ ਵੀ ਜੇ ਇਹ ਪੱਗਾਂ ਲਾਉਂਦੇ ਰਹੇ ਜਥੇਦਾਰ ਦੀਆਂ ਤੇ ਆਪਣੇ ਰਾਜ ਭਾਗ ਲਈ, ਤੇ ਅੱਜ ਵੇਲੋ ਇਹਨਾਂ ਦਾ ਰਾਜ ਭਾਗ ਕਿੱਥੇ ਆ। ਤੇ ਇਹ ਏਦਾਂ ਹੀ ਰਹਿਣਾ। ਤੁਸੀਂ ਵੇਖੋ ਆਂਦੇ ਆ ਵੀ ਸਾਰੇ ਸਿੱਖਾਂ ਦੀਆਂ ਵੋਟਾਂ ਪੈ ਜਾਣ। ਇਹਨਾਂ ਆਪਣੀ ਜਿਸ ਤਰ੍ਹਾਂ ਪੰਜਾਬ ਨੂੰ ਵੰਡਿਆ ਵੀ ਆਪਣਾ ਰਾਜ ਭਾਗ ਰਹੂਗਾ, ਇਸੇ ਤਰ੍ਹਾਂ ਹੀ ਇਹਨਾਂ ਸਿੱਖਾਂ ਨੂੰ ਵੰਡਤਾ। ਸਾਰੇ ਜਿਹੜੇ ਅਸੀਂ ਵੇਖਦੇ ਰਹੇ ਪਿੰਡਾਂ 'ਚ ਹਿੰਦੂ ਵੀ, ਰੋੜੇ ਵੀ, ਖੱਤਰੀ ਵੀ, ਉਹ ਆਪਣੇ ਵਿਆਹ ਸ਼ਾਦੀਆਂ ਗੁਰੂ ਗ੍ਰੰਥ ਸਾਹਿਬ ਨਾਲ ਬੱਚਿਆਂ ਦੀਆਂ ਰੀਤੀ ਰਿਵਾਜ ਕਰਦੇ ਸੀ। ਉਹ ਹਟ ਗਏ ਜੀ ਹੁਣ। ਤੇ ਅੱਜ ਹੁਣ ਅੱਧੇ ਜੱਟ ਜਾਂ ਹੋਰ ਬਰਾਦਰੀਆਂ ਵੀ ਉਹਨਾਂ ਨੂੰ ਸਹਿਜਧਾਰੀ ਕਹਿ ਕੇ ਤੇ ਵੋਟਾਂ ਤੋਂ ਵੀ ਵਾਂਝੇ ਕਰਤਾ। ਤੇ ਇਹੋ ਜਿਹੇ ਰਾਜ ਭਾਗ ਚੱਲਣਾ। ਧੰਨਵਾਦ ਜੀ। ਇਹ ਵਿਸ਼ਾ ਬੜਾ ਲੰਮਾ ਸਾਡੇ ਵਾਸਤੇ ਬਾਹਰ ਆ ਜੀ। ਮਿਹਰਬਾਨੀ। ਵਾਕਈ ਇਹਦੇ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਆ। ਕਰ ਵੀ ਰਹੇ ਆ ਲੇਕਿਨ ਫਿਰ ਵੀ ਕੋਈ ਕਲੈਰਿਟੀ ਨਹੀਂ ਆ ਰਹੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ। ਉਹੀ ਕੱਲ ਰੋਜ਼ ਪਹਿਲਾਂ ਆ ਜਾਂਦੇ, ਅਸੀਂ ਕੰਨ ਫੜ ਕੇ ਖੜੇ ਜਾਂ 3 ਸਾਲ ਤਾਂ ਮੈਂ ਅੰਮ੍ਰਿਤਸਰ 'ਚ ਰਿਹਾ। ਮੈਨੂੰ ਇੱਕ ਚੀਜ਼ ਦਾ ਪਤਾ ਵੀ ਕੀ ਹੁੰਦਾ ਤੇ ਕੀ ਨਹੀਂ ਹੋਣਾ। ਇਹ ਕੰਟਰੋਲ ਤੁਹਾਡੇ ਹੱਥ 'ਚ ਹੈ। ਹਾਂ, ਸਾਡੇ ਕੋਲ ਹੀ ਹੈ ਜੀ। ਅਸੀਂ ਤੇ ਜਿਹੜੀ ਕਾਲ ਆਉਂਦੀ ਉਹ ਲੈ ਲੈਂਦੇ ਹਾਂ। ਨਹੀਂ ਲੈ ਕੇ ਆਉਣੇ ਆ ਫਿਰ ਸਾਡੀ ਤੁਸੀਂ ਇਨਸਲਟ ਕਰ ਦਿੰਦੇ ਆ ਕਾਲ ਨੂੰ। ਜਿਹੜੀ ਕਾਲ ਆਉਂਦੀ ਆ ਅਸੀਂ ਪਹਿਲੀ ਕਾਲ ਆਉਂਦੀ ਆ ਅਸੀਂ ਪਹਿਲੀ ਕਾਲ ਲੈ ਲੈਂਦੇ ਹਾਂ। ਜਿਵੇਂ ਕਾਲ ਆਈ ਜਾਂਦੀ ਉਸ ਤਰ੍ਹਾਂ ਲਈ ਜਾ ਰਹੇ ਹਾਂ ਅਸੀਂ। ਲੈ ਸੁਣੋ ਮੇਰੀ ਗੱਲ। ਗਿਆਨੀ ਹਰਪ੍ਰੀਤ ਨੂੰ ਹਟਾਉਣ ਦਾ ਹਰ ਬੰਦੇ ਨੇ ਅਫਸੋਸ ਪ੍ਰਗਟ ਕੀਤਾ ਜੀ। ਉਹਨਾਂ ਨੇ ਆਪਣਾ ਕੁਰਾਨ ਸ਼ਰੀਫ ਤੇ ਭੇਜ ਕੀਤੀ ਸੀ। ਉਹਨਾਂ ਨੇ ਇੱਕ ਦਿਨ ਇਹ ਵੀ ਕਿਹਾ ਕਿ ਅਕਾਲੀ ਦਲ ਜੋ ਅਮੀਰਾਂ ਦੀ ਪਾਰਟੀ ਬਣ ਚੁੱਕੀ ਹੈਗੀ ਆ। ਹੋਰ ਕੋਈ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਅਜੇ ਤੱਕ ਮੈਨੂੰ ਕਿਉਂ ਹਟਾਇਆ। ਉਹਨਾਂ ਨੇ ਚੁੱਪੀ ਧਾਰ ਲਈ। ਉਹਨਾਂ ਨੂੰ ਪਤਾ ਵੀ ਜੇ ਮੈਂ ਬੋਲਿਆ ਤਾਂ ਮੈਨੂੰ ਨੌਕਰੀ ਤੋਂ ਹੀ ਹਟਾ ਦੇਣਗੇ। ਸੁਣਿਆ ਉਹ ਬਾਹਰ ਗਏ ਜੀ, ਉਹ ਬਾਹਰਲੇ ਮੁਲਕਾਂ 'ਚ ਗਏ ਆ ਉਹ ਕਿਤੇ। ਹਾਂ ਗਏ ਹੋਣਗੇ, ਉੱਥੋਂ ਵੀ ਬੋਲ ਸਕਦੇ ਆ ਜੀ। ਉਹ ਇਹਨੂੰ ਮੁਲਾਜ਼ਮ ਸਮਝਦੇ ਆ। ਹੁਣ ਦੇਖੋ ਇਹਦਾ ਚੁਣਾਵ ਕਿਵੇਂ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਚੁਣੇ ਜਾਂਦੇ ਆ। 11 ਤੋਂ ਬਾਅਦ ਚੁਣਿਆ ਹੀ ਕੋਈ ਨਹੀਂ ਗਿਆ। ਉਹ ਬੰਦੇ ਇਹ ਚੁਣ 5 ਜਾਂ 4 ਫਿਰ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਸੂਝਵਾਨਾਂ ਦੀ, ਪੜ੍ਹਿਆਂ ਲਿਖਿਆਂ ਦੀ। ਉਹ ਉਹਨਾਂ ਨੂੰ ਚੁਣੇ। ਦੇਖੋ ਕ੍ਰਿਸਚਨ ਧਰਮ ਕਿਸ ਤਰ੍ਹਾਂ ਚੁਣਦਾ ਹੈਗਾ। ਜਦੋਂ ਉਹਨਾਂ ਦਾ ਪੋਪ ਚੁਣਿਆ ਜਾਂਦਾ ਉਹਨੂੰ ਕੋਈ ਹਟਾ ਨਹੀਂ ਸਕਦਾ। ਕੋਈ ਵੀ ਉਹਨਾਂ ਦੇ ਧਰਮ ਦਾ ਮਸਲਾ ਵਿਗੜ ਜਾਏ ਉਹਦੇ ਕੋਲੇ ਜਾਂਦਾ। ਉਹਦਾ ਫੈਸਲਾ ਅੰਤਮ ਹੁੰਦਾ। ਦੁਨੀਆ ਦੀ ਕੋਈ ਅਦਾਲਤ ਉਹਦੇ ਫੈਸਲੇ ਨੂੰ ਬਦਲ ਨਹੀਂ ਸਕਦੀ। ਜਿਹੜਾ ਪਹਿਲਾਂ ਬਣਿਆ ਹੋਇਆ ਹੈ ਨਾ ਆਪਣਾ ਰਹਿਤ ਮਰਿਆਦਾ, ਉਹ ਪਹਿਲਾਂ ਸਾਰੇ ਪੰਜਾਬੀਆਂ ਤੋਂ ਸਿੱਖਾਂ ਤੋਂ ਰਾਇ ਲਈ ਗਈ ਸੀ। ਫਿਰ 25 ਮੈਂਬਰੀ ਇੱਕ ਕਮੇਟੀ ਬਣਾਈ ਗਈ ਸੀ। ਉਸ 25 ਮੈਂਬਰੀ ਦੇ ਵਿੱਚ ਪੜ੍ਹੇ ਲਿਖੇ ਸੂਝਵਾਨ ਪਈ ਹੈ ਮੇਰੇ ਕੋਲ। ਇਹ 1930 ਤੇ 31 ਦੀ ਹੈ। ਫਿਰ ਉਹ ਰਹਿਤ ਮਰਿਆਦਾ ਬਣੀ। ਉਸ ਰਹਿਤ ਮਰਿਆਦਾ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਬਾਰੇ ਕੁਛ ਵੀ ਨਹੀਂ ਪਤਾ। ਐਵੇਂ ਲੋਕ ਹਵਾ 'ਚ ਫੈਰ ਕਰੀ ਜਾਂਦੇ ਹੈਗੇ ਆ। ਚੋਣਾਂ ਹੋ ਜਾਂਦੀਆਂ ਫਿਰ ਇਹ ਸਭ ਕੁਛ ਕਰ ਲੈਂਦੇ। ਹੁਣ ਖਤਰਾ ਤਾਂ ਇਹਨਾਂ ਨੂੰ ਗੋਲਕਦਾ ਪਿਆ ਹੋਇਆ। ਹੁਣ ਬਾਦਲ ਨੂੰ ਮੇਰੀ ਇੱਕ ਗੱਲ ਨੋਟ ਕਰ ਲਓ। ਬਾਦਲ ਪਰਿਵਾਰਾਂ ਨੂੰ ਇਹਦੀ ਹਾਂ ਮਾਰ ਜਾਣੀ ਹੈ। ਪਹਿਲਾਂ ਹਾਂ ਮਾਰੀ ਸੀ ਪਿੰਗਲਵਾੜੇ ਦੀ, ਜਦੋਂ ਇਹਨਾਂ ਨੇ ਕਿਹਾ ਸੀ ਚਕੋਏ ਦਾ ਟਿੰਡ ਥੋੜੀ ਬਾਹਰੋਂ, ਉਹ ਹਾਂ ਮਾਰੀ ਤੇ ਮੈਂ ਇਹ ਤੇ ਗਈ ਸੀ। ਅੱਜ ਨੋਟ ਕਰ ਲਓ ਇਹ ਜਥੇਦਾਰ ਦੀ ਹਾਂ ਮਾਰ ਜਾਣੀ ਹੈ। ਮਿਹਰਬਾਨੀ ਕੈਪਟਨ ਇਕਬਾਲ ਸਿੰਘ ਜੀ, ਬਿਲਕੁਲ ਗੱਲ ਤੁਹਾਡੀ ਸਪਸ਼ਟ ਆ। ਆ ਗਈ ਗੱਲ, ਸਾਂਝੀ ਹੋ ਗਈ ਇਹ ਗੱਲ। ਬਹੁਤ ਮਿਹਰਬਾਨੀ ਤੁਸੀਂ ਜੁੜੇ ਜੇ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ, ਅੱਧਾ ਮਿੰਟ ਪਲੀਜ਼। ਮੈਂ ਤਾਂ ਬਸ ਇੰਨਾ ਹੀ ਕਹਿਣਾ ਜੀ, ਇਹ ਸਟੇਟ ਦੇ ਵਿੱਚ ਵੀ ਆਪਣੀ ਸਰਕਾਰ ਚਲਾ ਕੇ ਗੰਦ ਪਾ ਕੇ ਇਹਨਾਂ ਦਾ ਸ਼੍ਰੋਮਣੀ ਕਮੇਟੀ 'ਚ ਵੀ ਗੰਦ ਪਾਤਾ ਜੀ। ਇਹਨਾਂ ਨੇ ਸਟੇਟ ਨੂੰ ਵੀ ਧੱਬਾ ਲਾਤਾ ਤੇ ਧਰਮ ਨੂੰ ਵੀ ਧੱਬਾ ਲਾਤਾ ਜੀ। ਇਹ ਸਭ ਦੇ ਵੱਡੇ ਦੋਸ਼ੀ ਨੇ। ਇਹਨਾਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਨ ਦਿੱਤਾ। ਆਪਣੇ ਇਲਾਕੇ ਕਰਕੇ ਪੰਜਾਬ ਦੇ ਟੁਕੜੇ ਕੀਤੇ, ਸ਼੍ਰੋਮਣੀ ਕਮੇਟੀ ਦੇ ਟੁਕੜੇ ਕੀਤੇ। ਇਹ ਬੰਦੇ ਬਖਸ਼ਣਯੋਗ ਨਹੀਂ ਹੈ। ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਥੈਂਕ ਯੂ ਜੀ। ਬਹੁਤ ਮਿਹਰਬਾਨੀ। ਬਹੁਤ ਜ਼ਿਆਦਾ ਗੁੱਸਾ ਵਾ ਸਾਡੇ ਕਾਲਰਸ ਨੂੰ ਬਾਦਲ ਪਰਿਵਾਰ ਦੇ ਉੱਪਰ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਉੱਪਰ। ਇਹ ਗੱਲ ਦੁਬਾਰਾ ਨਿਕਲ ਕੇ ਆਉਂਦੀ ਆ ਔਰ ਪਤਾ ਨਹੀਂ ਸ਼ਾਇਦ ਪਰਿਵਾਰ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਿਹਾ ਕਿ ਉਹਨਾਂ ਨੂੰ ਸ਼ਾਇਦ ਇਸ ਦੇ ਬਾਰੇ ਪਛਤਾਤਾਪ ਕਰਨਾ ਚਾਹੀਦਾ ਵਾ। ਕੋਈ ਆਪਣੀ ਜੇ ਲੋਕੀ ਨਹੀਂ ਚਾਹੁੰਦੇ ਤਾਂ ਪਰਾਂ ਹਟ ਜਾਣ।
ਅਦਰਵਾਈਜ਼ ਬਹੁਤ ਜ਼ਿਆਦਾ ਗੁੱਸਾ ਜਿਹੜਾ ਵਾ ਦਿਨੋਂ ਦਿਨ ਵੱਧ ਰਿਹਾ ਵਾ। ਬਾਕੀ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦਾ ਸਿਸਟਮ ਜਿਹੜਾ ਵਾ ਸਾਰਿਆਂ ਦੀ ਫੀਲਿੰਗ ਆ ਕਿ ਹੁਣ ਵਾਲਾ ਸਿਸਟਮ ਸਹੀ ਨਹੀਂ, ਉਹਦੀ ਤਬਦੀਲੀ ਲਿਆਉਣ ਦੀ ਲੋੜ ਆ। ਸ਼ਾਇਦ ਜਿਹੜਾ ਕ੍ਰਿਸਚੀਅਨ ਭਾਈਚਾਰੇ ਨੇ ਜਿਹੜਾ ਸਿਸਟਮ ਅਡਾਪਟ ਕੀਤਾ ਪੋਪ ਦੀ ਚੋਣ ਵਾਸਤੇ, ਉਹਨੂੰ ਸਟੱਡੀ ਕਰਨ ਦੀ ਲੋੜ ਹੈ। ਮੈਂ ਨਹੀਂ ਆਂਦਾ ਉਹਨੂੰ ਇਨ ਬਿਨ ਲਾਗੂ ਕੀਤਾ ਜਾਵੇ, ਉਹਨੂੰ ਸਟੱਡੀ ਕਰਕੇ ਸਾਨੂੰ ਆਪਣਾ ਇੱਕ ਸਿਸਟਮ ਬਣਾਉਣ ਦੀ ਲੋੜ ਆ ਤਾਂ ਕਿ ਕੋਈ ਕਿੰਤੂ ਪਰੰਤੂ ਨਾ ਹੋਵੇ। ਸੂਝਵਾਨ ਸਿਆਣਾ ਬੰਦਾ ਜਿਹੜਾ ਵਾ ਉਹ ਉਸ ਅਹੁਦੇ 'ਤੇ ਹੋਵੇ ਔਰ ਲੋਕ ਵਾਕਈ ਲੋਕਾਂ ਨੂੰ ਲੱਗੇ ਕਿ ਸਾਨੂੰ ਉੱਥੋਂ ਸੇਧ ਮਿਲਦੀ ਆ, ਅਸੀਂ ਉਸ ਸੇਧ ਮੁਤਾਬਕ ਹੀ ਚੱਲਣਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।